ਸਤਨਾਮ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪਰਿਆਤ ਛੰਦ ਸਮਸਤ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੀ ਸੋ ਧਰਮੰ ਵਿਭੂਤੇ ਸਦਾ ਸਚਦਾਨੰਦ ਸ਼ਤਰੰ ਪਰਨਾਸੀ ਕਰੀ ਮੁਲ ਕੋ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵਯੰਭਵ ਸ਼ੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਦੁਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ ਅੰਤਰਜਾਮੀ ਲੋਕ ਪਰਲੋਕ ਦੇ ਸਹਾਇਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦੇ ਜੋ ਸੰਤ ਜਾਪ ਸਾਹਿਬ ਦੀ ਬਾਣੀ ਵਿੱਚ ਇਸ ਬਾਣੀ ਦੇ ਅਖੀਰਲੇ ਕੁਝ ਸੰਤ ਨੇ ਆਪ ਜੀ ਨੇ ਸਰਵਣ ਕੀਤੇ ਹਨ। ਹਜ਼ੂਰ ਕਲਗੀਧਰ ਪਾਤਸ਼ਾਹ ਇਹਨਾਂ ਬਚਨਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਕੇ ਉਸ ਦੀ ਹੋਂਦ, ਉਹਦੀ ਤਸਵੀਰ, ਉਹ ਕਿਵੇਂ ਦਾ ਹੈ, ਇਹਦੇ ਬਾਰੇ ਇੱਕ ਰੂਪ ਰੇਖਾ ਸਾਡੇ ਸਾਹਮਣੇ ਹਜ਼ੂਰ ਨੇ ਇਸ ਬਾਣੀ ਵਿੱਚ ਰੱਖੀ। ਇੱਕ ਅੱਜ ਵਿਸ਼ੇਸ਼ ਬਚਨ ਜੋ ਆਪਾਂ ਪਹਿਲਾਂ ਨਹੀਂ ਵਿਚਾਰਿਆ, ਹਜ਼ੂਰ ਕਹਿੰਦੇ ਸਾਰਿਆਂ ਦੇ ਵਿੱਚ ਤੇਰਾ ਨਿਵਾਸ ਹੈ, ਸਾਰਿਆਂ ਵਿੱਚ ਤੂੰ ਰਹਿੰਦਾ ਹੈ ਤੇ ਸਾਰਿਆਂ ਦੇ ਨਾਲ ਰਹਿੰਦਾ ਹੈ। ਸਮਸਤੁਲ ਨਿਵਾਸੀ, ਸਾਰਿਆਂ ਦੇ ਨਾਲ ਰਹਿਣ ਵਾਲਾ। ਇੱਕ ਹੋਰ ਗੁਣ ਕਿਹਾ, ਕਹਿੰਦੇ ਸਦਾ ਸੱਚ ਦਾ ਆਨੰਦ,
ਸੱਚ ਦਾ ਆਨੰਦ ਇੱਕ ਸ਼ਬਦ ਹੈ। ਸਾਰਿਆਂ ਦੇ ਨਾਲ ਰਹਿਣ ਵਾਲਾ ਹੈ ਤੇ ਸਦਾ ਸੱਚ ਦਾ ਆਨੰਦ ਸ਼ਤਰੰਗ ਪਰਨਾਸੀ। ਸਦਾ ਹੀ ਤੂੰ ਇੱਕ ਸੱਚੇ ਆਨੰਦ ਦੇ ਵਿੱਚ ਰਹਿੰਦਾ ਹੈ। ਇਹ ਦੋ ਸ਼ਬਦ ਆਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ। ਇੱਕ ਸੁਖ ਹੈ, ਇੱਕ ਆਨੰਦ ਹੈ। ਇੱਕ ਦੁੱਖ ਸ਼ਬਦ ਆਇਆ। ਇੱਥੇ ਸੱਚ ਦਾ ਆਨੰਦ ਇੱਕ ਐਸੀ ਅਵਸਥਾ ਹੈ ਜਿਹਦੇ ਵਿੱਚ ਜਦੋਂ ਕੋਈ ਉਹਦੇ ਨਾਮ ਦੁਆਰਾ ਆਪਣੇ ਅੰਦਰੋਂ ਸਾਰੇ ਝੂਠ ਨੂੰ ਤੋੜ ਦਿੰਦਾ, ਸਮਾਪਤੀ ਕਰ ਦਿੰਦਾ ਹੈ, ਜਾਂ ਗੁਰੂ ਦੀ ਕਿਰਪਾ ਨਾਲ ਜਿਹਦੇ ਜੀਵਨ ਵਿੱਚੋਂ ਝੂਠ ਖਤਮ ਹੋ ਜਾਂਦਾ ਹੈ। ਝੂਠ ਦਾ ਅਰਥ ਝੂਠੇ ਸੰਸਾਰ ਦੀ ਪ੍ਰੀਤੀ ਖਤਮ ਹੋ ਜਾਂਦੀ ਹੈ, ਉਹਦੀ ਖਿੱਚ ਗਾਇਬ ਹੋ ਜਾਂਦੀ ਅੰਦਰੋਂ। ਜਿਸ ਦਿਨ ਕਿਸੇ ਦੇ ਮਨ ਵਿੱਚ ਇਸ ਜਗਤ ਪ੍ਰਤੀ ਖਿੱਚ ਸਮਾਪਤ ਹੋ ਗਈ, ਵਾਸ਼ਨਾ ਨਸ਼ਟ ਹੋ ਗਈ, ਰਿਹਾ ਇਹਦੇ ਵਿੱਚੇ, ਜਿੰਨੀ ਜਿੰਨੀ ਉਹਨੂੰ ਲੋੜ ਸੀ ਸਰੀਰ ਵਾਸਤੇ ਓਨਾ ਕੁ ਉਹਨੇ ਸੰਸਾਰ ਨੂੰ ਵਰਤ ਲਿਆ ਤੇ ਬਾਕੀ ਵਾਸ਼ਨਾ ਨਹੀਂ ਰਹੀ। ਉਸ ਦਿਨ ਉਹਦੇ ਅੰਦਰ ਜਿਹੜੀ ਦਸ਼ਾ ਬਣੇਗੀ ਉਹਨੂੰ ਕਹਾਂਗੇ ਸੱਚ ਦਾ ਆਨੰਦ। ਸੱਚਾ ਆਨੰਦ ਉਹਦੇ ਵਿੱਚ ਜੋ ਕਿ ਪਹਿਲਾਂ ਹੀ ਹੈ, ਪ੍ਰਾਪਤ ਨਹੀਂ ਕਰਨਾ ਕਿਤੇ। ਆਮ ਤੌਰ 'ਤੇ ਸ਼ਬਦ ਵਰਤੇ ਜਾਂਦੇ ਨੇ ਵੀ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ, ਨਾਮ ਦੀ ਪ੍ਰਾਪਤੀ ਕਿਵੇਂ ਹੋਵੇ, ਜਦ ਕਿ ਸੱਚ ਕੀ ਹੈ? ਸੱਚ ਇਹ ਹੈ ਵੀ ਝੂਠ ਨੂੰ ਕਿਵੇਂ ਛੱਡੀਏ। ਆਪਾਂ ਤੇ ਕਹਿੰਦੇ ਹਾਂ ਵੀ ਸੱਚ ਪ੍ਰਾਪਤ ਹੋਵੇ, ਸੱਚ ਦੀ ਪ੍ਰਾਪਤੀ ਹੋਵੇ, ਆਨੰਦ ਮਿਲੇ, ਸੁੱਖ ਮਿਲੇ। ਪਰ ਆਨੰਦ, ਸੱਚ, ਨਾਮ, ਉਹਦੀ ਕਿਰਪਾ ਇਹ ਤੇ ਪਹਿਲਾਂ ਹੀ ਉਹਨੇ ਵਿੱਚ ਪਾਈ ਹੋਈ ਹੈ, ਲੈਣ ਥੋੜ੍ਹੀ ਜਾਣੀ ਕਿਤੇ। ਪਹਿਲਾਂ ਵਿੱਚ ਹੈ, ਸਾਰਿਆਂ ਦੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਉਹ ਤਾਂ ਅੰਦਰ ਹੈ, ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਹ ਤੇ ਸਾਡਾ ਸੁਭਾਅ ਹੈ, ਉਹ ਤੇ ਸਾਡੀ ਜ਼ਿੰਦਗੀ ਹੈ, ਉਹ ਤੇ ਸਾਡੇ ਸਵਾਸ ਨੇ। ਉਹ ਕੋਈ ਵੱਖਰੀ ਚੀਜ਼ ਬਾਹਰੋਂ ਨਹੀਂ ਲੈਣੀ ਅਸੀਂ। ਉਹਨੂੰ ਅਸੀਂ ਸਿਰਫ ਭੁਲਾਇਆ ਹੈ, ਛੱਡ ਦਿੱਤਾ ਹੈ, ਜਿਸ ਕਰਕੇ ਹੋਰ ਚੀਜ਼ਾਂ ਜਿਹਨੂੰ ਅਸੀਂ ਯਾਦ ਕੀਤਾ ਉਹ ਸਾਡੇ ਵਿੱਚ ਵੱਧ ਗਈਆਂ। ਤਾਂ ਉਹਨੂੰ ਪ੍ਰਾਪਤ ਨਹੀਂ ਕਰਨਾ, ਸੰਸਾਰ ਨੂੰ ਛੱਡਣਾ ਹੈ। ਜਿੱਦਣ ਸੰਸਾਰ ਛੁੱਟ ਗਿਆ ਉਹ ਪ੍ਰਾਪਤ ਹੀ ਪਹਿਲਾਂ ਹੈ ਹੀ, ਉਹ ਉਸ ਤੋਂ ਬਿਨਾਂ ਅੰਦਰ ਹੈ ਹੀ ਕੁਝ ਨਹੀਂ। ਪਰ ਕਿਉਂਕਿ ਬੰਦੇ ਦੀ ਇਹ ਗਲਤੀ ਹੈ, ਉਹ ਝੂਠ ਨੂੰ ਵੀ ਵਿੱਚੇ ਰੱਖ ਕੇ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ। ਝੂਠ ਵਿੱਚ ਹੀ ਰਵੇ, ਸੰਸਾਰ ਦੀ ਪ੍ਰੀਤ ਬੜੀ ਗੂੜੀ ਬਣੀ ਰਵੇ ਅੰਦਰ, ਸੰਸਾਰ ਦੀ ਖਿੱਚ ਬੜੀ ਤੀਬਰ ਰਵੇ ਅੰਦਰ, ਉਹ ਵੀ ਨਾਲ ਰਵੇ ਤੇ ਨਾਲੇ ਸੱਚ ਦੀ ਪ੍ਰਾਪਤੀ ਵੀ ਹੋ ਜਾਏ। ਇਸ ਕਰਕੇ ਸੱਚ ਪ੍ਰਾਪਤ ਨਹੀਂ ਹੁੰਦਾ। ਸੱਚ ਤੇ ਹੈ ਹੀ ਅੰਦਰ, ਸੱਚ ਦਾ ਆਨੰਦ ਤੇ ਅੰਦਰ ਹੀ ਹੈ, ਆਨੰਦ ਤੇ ਅੰਦਰ ਹੀ ਹੈ ਮਨੁੱਖ ਦੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇੱਥੇ ਇਹ ਪਾਇਆ ਨਹੀਂ ਕਿਹਾ ਹੈ ਵੀ ਕਿਤੋਂ ਲਿਆ ਹੈ, ਜਾਣਿਆ ਹੈ ਸਿਰਫ। ਜਾਣਨ ਦਾ ਮਤਲਬ ਕੀ ਹੈ? ਕਿ ਕਿਸੇ ਦੇ ਘਰ ਵਿੱਚ ਜਿੱਥੇ ਉਹ ਰਹਿੰਦਾ ਇੱਕ ਟੁੱਟੀ ਹੋਈ ਛੰਨ ਵਿੱਚ, ਜਿਹੜੀ ਮੀਂਹ ਪੈਣ ਨਾਲ ਸਾਰੀ ਖਰਾਬ ਹੋ ਜਾਂਦੀ ਹੈ। ਗਰੀਬ ਹੈ, ਖਾਣ ਵਾਸਤੇ ਕੁਝ ਨਹੀਂ, ਭੁੱਖਾ ਰਹਿੰਦਾ ਹੈ। ਪਰ ਉਸੇ ਦੀ ਬਾਹਰੋਂ ਕੋਈ ਆਇਆ ਪੁਰਾਣਾ ਉੱਥੇ ਰਹਿਣ ਵਾਲਾ, ਤੇ ਉਹਨੇ ਕਿਹਾ ਵੀ ਤੂੰ ਇੰਨਾ ਦਰਿੱਦਰ, ਇੰਨਾ ਗਰੀਬ ਕਿਉਂ ਹੈ? ਕਹਿਣ ਲੱਗਾ ਮੇਰੇ ਕੋਲ ਹੀ ਕੁਝ ਨਹੀਂ। ਤਾਂ ਉਹ ਦੱਸਣ ਵਾਲੇ ਨੇ ਕਿਹਾ ਵੀ ਤੇਰੇ ਕੋਲ ਸਭ ਕੁਝ ਹੈ, ਪਰ ਤੂੰ ਜੋ ਕੁਝ ਤੇਰੇ ਕੋਲ ਹੈ ਉਹਦੇ ਬਾਰੇ ਤੂੰ ਜਾਣਿਆ ਨਹੀਂ। ਉਹਨੇ ਪੁੱਛਿਆ ਮੇਰੇ ਕੋਲ ਕੀ? ਕਹਿੰਦਾ ਜਿੱਥੇ ਤੂੰ ਹਰ ਰੋਜ਼ ਸੌਂਦਾ ਹੈ, ਜ਼ਮੀਨ ਪੱਟ ਕੇ ਵੇਖ, ਜ਼ਮੀਨ ਵਿੱਚ ਟੋਇਆ ਕੱਢ ਕੇ ਵੇਖ। ਕਹਿਣ ਲੱਗਾ ਜ਼ਮੀਨ ਵਿੱਚੋਂ ਕੀ ਨਿਕਲੇਗਾ? ਕਹਿੰਦੇ ਜਿੱਥੇ ਤੂੰ ਸੁੱਤਾ ਸਾਰੀ ਉਮਰ ਦਾ ਗਰੀਬੀ ਭੋਗ ਰਿਹਾ, ਇਸੇ ਮੰਜੇ ਦੇ 3 ਫੁੱਟ ਥੱਲੇ ਇੱਕ ਖਜ਼ਾਨਾ ਦੱਬਿਆ ਹੋਇਆ। ਉਹਨੇ ਪੁੱਟਿਆ ਔਰ ਵਿੱਚੋਂ ਕੱਢ ਲਿਆ ਤੇ ਉਹ ਅਮੀਰ ਹੋ ਗਿਆ। ਗਰੀਬ ਕਿੰਨਾ ਚਿਰ ਰਿਹਾ? ਜਿੰਨਾ ਚਿਰ ਉਹਨੇ ਜਾਣਿਆ ਨਹੀਂ, ਮਿੱਟੀ ਨਹੀਂ ਹਟਾਈ। ਜਦੋਂ ਮਿੱਟੀ ਹਟਾ ਦਿੱਤੀ, ਉਹਦੇ ਕੋਲ ਸੀ। ਜਾਣਨ ਨਾ ਜਾਣਨ ਕਰਕੇ
ਉਹ ਦਰਿੱਦਰ ਰਿਹਾ। ਸਾਡੇ ਕੋਲ ਜੋ ਕੁਝ ਹੈ, ਕਦੀ ਕਿਤੇ ਗੁਰੂ ਲੰਘ ਗਿਆ ਸਾਡੇ ਕੋਲੋਂ ਤੇ ਉਹਨੇ ਦੱਸ ਦਿੱਤਾ ਵੀ ਤੂੰ ਜਿੱਥੇ ਦੁਖੀ ਹੈ ਤੇਰੇ ਵਿੱਚ ਹੀ ਕਿਤੇ ਸੁੱਖ ਹੈ। ਆਪਣੇ ਅੰਦਰ ਨੂੰ ਪੱਟ, ਆਪਣੇ ਅੰਦਰ ਦੇ ਵਿੱਚ ਜਿਹੜੀ ਤੇਰੇ ਮਿੱਟੀ ਪਈ ਹੋਈ ਹੈ 3 4 5 ਫੁੱਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਇਹਨੂੰ ਪੁੱਟ ਪੁੱਟ ਕੇ ਪਾਸੇ ਕਰਦੇ ਦੇ ਥੱਲੇ ਕੋਈ ਅੰਮ੍ਰਿਤ ਦਾ ਸੋਮਾ ਲੁਕਿਆ ਹੋਇਆ। ਤੇ ਇਹ ਵੀ ਇੱਕ ਸੱਚ, ਜਿੰਨਾ ਚਿਰ ਉੱਥੋਂ ਤੱਕ ਮਨੁੱਖ ਨਹੀਂ ਗਿਆ ਉਹਦੇ ਤੋਂ ਪਹਿਲਾਂ ਉਹਨੂੰ ਜੋ ਵੀ ਮਿਲ ਗਿਆ ਉਹ ਉਹਦੀ ਜ਼ਿੰਦਗੀ ਵਿੱਚ ਉਹਨੂੰ ਕਦੀ ਵੀ ਤ੍ਰਿਪਤ ਨਹੀਂ ਕਰ ਸਕਦਾ ਜਿੰਨਾ ਚਿਰ ਕਿਉਂਕਿ ਉਹ ਸਾਡਾ ਆਪਣਾ ਖਜ਼ਾਨਾ ਹੈ। ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਉਦਾਹਰਣ ਵੀ ਦਿੱਤੀ, ਕਹਿੰਦੇ ਅੰਤਰ ਖੂੰਟਾ ਅੰਮ੍ਰਿਤ ਭਰਿਆ। ਖੂਹ ਹੈ ਕੋਈ ਅੰਦਰ ਅੰਮ੍ਰਿਤ ਦਾ ਭਰਿਆ ਹੋਇਆ, ਉਹਦੇ ਵਿੱਚ ਪੈ ਗਿਆ ਕੂੜਾ ਕਰਕਟ ਮਿੱਟੀ ਆਦਿ, ਉਹ ਕੱਢਣਾ ਹੀ ਧਰਮ ਦੀ ਸਾਧਨਾ ਹੈ। ਇਸ ਕਰਕੇ ਉਹਨੂੰ ਜਾਣਿਆ ਜਾ ਸਕਦਾ ਹੈ, ਉਹਨੂੰ ਪਾਇਆ ਨਹੀਂ ਜਾ ਸਕਦਾ। ਜਿੱਥੇ ਪਾਇਆ ਸ਼ਬਦ ਵੀ ਆਇਆ ਉੱਥੇ ਅਰਥ ਜਾਣੇ ਹੋਣਗੇ, ਕਿਉਂਕਿ ਪਹਿਲਾਂ ਹੀ ਆਇਆ ਉਹ, ਤੇ ਪਾਉਣਾ ਉਹਨੂੰ ਕੀ ਹੈ। ਪਾਈ ਦਾ ਤੇ ਉਹਨੂੰ ਜਿਹੜਾ ਕੋਲ ਨਹੀਂ ਸੀ ਕਿਤੋਂ ਖਰੀਦ ਕੇ ਲਿਆਉਣਾ, ਬਸ ਉਹਨੂੰ ਜਾਣ ਲੈਣਾ ਤੇ ਉਹਦੇ ਨਾਲ ਰਹਿਣਾ ਤੇ ਸਹਿਜੇ ਸਹਿਜੇ ਝੂਠ ਛੱਡਣਾ। ਗੁਰੂ ਸਾਹਿਬ ਨੇ ਆਹ 2 ਸ਼ਬਦ ਕਹੇ ਨਾ ਜਪਜੀ ਸਾਹਿਬ ਵਿੱਚ, ਇੱਕ ਹੈ ਕਿਵ ਕੂੜਾ ਟੁੱਟੈ ਪਾਲ ਤੇ ਇੱਕ ਹੈ ਕਿਵ ਸਚਿਆਰਾ ਹੋਈ ਹੈ। ਪਹਿਲਾਂ ਕਿਹਾ ਕਿਵ ਸਚਿਆਰਾ ਹੋਈ ਹੈ, ਸਚਿਆਰੇ ਦੇ ਅਰਥ ਆਨੰਦਿਤ ਕਿਵੇਂ ਹੋਈਏ, ਸੱਚ ਦਾ ਆਨੰਦ ਤੱਕ ਕਿਵੇਂ ਜਾਈਏ। ਤੇ ਉੱਥੇ ਫਿਰ ਅੱਗੇ ਦੱਸ ਦਿੱਤਾ ਵੀ ਕਿਵ ਕੂੜਾ ਟੁੱਟੈ ਪਾਲ, ਝੂਠ ਨੂੰ ਛੱਡਣਾ ਹੀ ਸੱਚ ਨੂੰ ਪਾਉਣਾ ਹੈ। ਝੂਠ ਤੂੰ ਛੱਡਦਾ ਨਹੀਂ, ਸੱਚ ਤਾਂ ਪਾਈ ਹੋਇਆ ਪਹਿਲਾਂ, ਝੂਠ ਦੇ ਫੜਨ ਕਰਕੇ ਸੱਚ ਓਹਲੇ ਹੋ ਗਿਆ ਸਿਰਫ। ਤਾਂ ਉਹ ਆਨੰਦ ਜਿਹੜਾ ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਨੰਦ ਗੁਰੂ ਤੇ ਜਾਣਿਆ, ਗੁਰੂ ਕੋਲੋਂ ਇਹ ਜਾਣਿਆ। ਗੁਰੂ ਨੇ ਦੱਸ ਦਿੱਤਾ ਵੀ ਆਪਣੇ ਸਰੀਰ ਰੂਪੀ ਜੀਵਨ ਨੂੰ ਖੋਜ, ਅਪ ਤਨ ਕਾ ਜੋ ਕਰੈ ਵਿਚਾਰ, ਤਿਸ ਜਮ ਕੰਕਰ ਨਹੀਂ ਕਰੇ ਖੁਆਰ। ਤੂੰ ਆਪਣੇ ਆਪੇ ਨੂੰ ਖੋਜ, ਆਪਣੇ ਆਪ ਨੂੰ ਸਰੀਰ ਤੇ ਮਨ ਦੇ ਵਿੱਚੋਂ ਲੱਭ ਕੁਝ ਬੰਦੇ ਖੋਜ ਦਿਲ ਹਰ ਰੋਜ਼। ਔਰ ਇੱਕ ਇਹ ਵੀ ਗੱਲ ਕਹਿ ਦਿੱਤੀ, ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਖੋਜਦਾ ਉਨਾ ਚਿਰ ਜੋ ਮਰਜ਼ੀ ਖੋਜੀ ਜਾ, ਤੈਨੂੰ ਖੋਜ ਦੇ ਵਿੱਚੋਂ ਲੱਭਣਾ ਕੁਝ ਨਹੀਂ। ਜੋ ਮਰਜ਼ੀ ਖੋਜ ਲੈ, ਆਪਣੇ ਆਪ ਦੀ ਕਿਤਾਬ ਤੂੰ ਪੜ੍ਹੀ ਨਹੀਂ ਕਦੀ, ਆਪਣੇ ਆਪ ਨੂੰ ਵੇਖਿਆ ਨਹੀਂ। ਤਾਂ ਭਗਤ ਜੀ ਨੇ ਕਿਹਾ ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਕਹਿੰਦੇ ਵੇਦ ਵੀ ਸਾਰੇ ਪੜ੍ਹੇ, ਕਤੇਬ ਵੀ ਪੜ੍ਹ ਲੈ, ਕੁਰਾਨ ਵੀ ਪੜ੍ਹਿਆ, ਹੋਰ ਵੀ ਆਪਣੇ ਗੁਰੂਆਂ ਦੇ ਬਚਨ ਸਾਰੇ ਪੜ੍ਹ ਲਏ, ਭਗਤਾਂ ਦੀ ਬਾਣੀ ਵੀ ਪੜ੍ਹ ਲਈ, ਜਾਣ ਲਿਆ ਬੜਾ ਕੁਝ। ਇਹ ਵੇਦ ਕਤੇਬ ਇਫਤਰਾ ਭਾਈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਸਾਰੇ ਪੜ੍ਹ ਲੈ ਤੂੰ, ਪਰ ਪੜ੍ਹਨ ਤੋਂ ਬਾਅਦ ਕਹਿੰਦੇ ਦਿਲ ਕਾ ਫਿਕਰ ਨਾ ਜਾਏ। ਦਿਲ ਵਿੱਚੋਂ ਫਿਕਰ ਨਹੀਂ ਗਿਆ, ਚਿੰਤਾ ਨਹੀਂ ਗਈ, ਅੰਦਰ ਸਹਿਸਾ ਕੋਈ ਬਣਿਆ ਰਿਹਾ। ਇੰਜ ਲੱਗਦਾ ਵੀ ਜਿਵੇਂ ਆਪਾਂ ਪੂਰੀ ਤਰ੍ਹਾਂ ਕੋਈ ਕੰਮ ਅਜੇ ਕੀਤਾ ਨਹੀਂ, ਸੰਤੁਸ਼ਟੀ ਨਹੀਂ ਆਈ, ਸੁੱਖ ਨਹੀਂ ਮਿਲਿਆ। ਫਿਰ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਉਹ ਤਾਂ ਮਿਲਦਾ ਵੀ ਬੰਦਾ ਫੈਸਲਾ ਨਹੀਂ ਕਰਦਾ ਜ਼ਿੰਦਗੀ ਵਿੱਚ ਵੀ ਜਿਹੜਾ ਛੱਡਣ ਵਾਲਾ ਉਹਨੂੰ ਛੱਡ ਦਈਏ, ਨਹੀਂ ਫੈਸਲਾ ਕਰ ਸਕਦਾ, ਸੋਚਦਾ ਰਹਿੰਦਾ ਵੀ ਕਰਾਂਗੇ, ਵੇਖਾਂਗੇ, ਛੱਡਾਂਗੇ, ਹੋ ਜਾਏਗਾ। ਇਸ ਤਰ੍ਹਾਂ ਚੱਲਦਾ ਸਾਰੇ। ਪਤਾ ਵੀ ਲੱਗ ਜਾਂਦਾ ਹੈ, ਜਾਣ ਵੀ ਲੈਂਦਾ ਵੀ ਕਿਹੜੀ ਚੀਜ਼ ਸਾਡੇ ਦੁੱਖ ਦੇ ਕਾਰਨ ਬਣੀ ਹੋਈ ਹੈ। ਸਾਰੀ ਸਮਝ ਆ ਜਾਂਦੀ ਹੈ ਕਿ ਸੁੱਖ ਦੇ ਵਿੱਚ ਰੁਕਾਵਟ ਕਿਹੜੀ, ਆਨੰਦ ਤੱਕ ਜਾਣ ਵਾਸਤੇ ਬਾਧਾ ਕਿਹੜੀ ਬਣੀ ਹੋਈ ਹੈ, ਪਤਾ ਲੱਗ ਜਾਂਦਾ ਹੈ। ਪਰ ਉਹ ਸੋਚੀ ਜਾਂਦਾ, ਸਿਰਫ ਉਹਨੂੰ ਕਰ ਨਹੀਂ ਸਕਦਾ। ਤਾਂ ਕਬੀਰ ਸਾਹਿਬ ਨੇ ਕਿਹਾ ਟੁੱਕ ਦਮ, ਟੁੱਕ ਦਾ ਅਰਥ ਹੁੰਦਾ ਹੈ ਟੁੱਕ ਦਮ ਕਰਾਰੀ। ਦਮ ਦਾ ਅਰਥ ਹੈ ਇੱਕ ਸਵਾਸ, ਟੁੱਕ ਦਾ ਅਰਥ ਹੈ ਕਿਸੇ ਚੀਜ਼ ਨੂੰ ਟੁੱਕ ਲੈਣਾ, ਲੀਕ ਮਾਰ ਲੈਣੀ, ਫੈਸਲਾ ਕਰ ਲੈਣਾ ਵੀ ਹੁਣ ਇਹ ਕਰਨਾ ਹੀ ਕਰਨਾ। ਕਰਾਰੀ, ਕਰਾਰੀ ਦਾ ਤਾਂ ਸ਼ਬਦ ਕਰਾਰੀ ਤਾਂ ਵਰਤਿਆ ਵੀ ਇਹ ਕੰਮ ਕਰਨਾ ਕੌੜਾ ਹੈ ਥੋੜਾ ਜਿਹਾ। ਕਰਾਰੀ ਦਾ ਅਰਥ ਹੁੰਦਾ ਕੌੜਾ।
ਇਹ ਕੰਮ ਕੌੜਾ ਹੈ, ਇਹ ਥੋੜ੍ਹਾ ਜਿਹਾ ਔਖਾ ਹੈ। ਫੈਸਲਾ ਲੈਣਾ, ਸੋਚਣਾ ਸੌਖਾ ਹੈ। ਸੋਚ ਕੇ ਕਿਲੇ ਬਣਾਈ ਜਾਣੇ ਦਿਮਾਗ ਵਿੱਚ, ਸੋਚੀ ਜਾਣਾ ਵੀ ਕਰਾਂਗੇ, ਪੜ੍ਹਾਂਗੇ ਬਾਣੀ, ਵੇਖਾਂਗੇ, ਛਕਾਂਗੇ ਅੰਮ੍ਰਿਤ, ਹੋਏਗਾ। ਤਾਂ ਇਹ ਜਿਹੜਾ ਗਾ ਸ਼ਬਦ ਹੈ, ਇਹ ਬੰਦੇ ਨੂੰ ਕਿਤੇ ਵੀ ਪਹੁੰਚਣ ਨਹੀਂ ਦਿੰਦਾ। ਹਜ਼ੂਰ ਨੇ ਕਿਹਾ ਵੀ ਹੁਣੇ ਹੀ ਕਰ। ਕਬੀਰ ਕਾਲ ਕਰੰਤਾ ਅਬੈ ਕਰ। ਜਿਹੜੀ ਚੀਜ਼ ਤੂੰ ਕਰਨ ਵਾਸਤੇ ਕੱਲ੍ਹ ਤੇ ਛੱਡੀ ਹੋਈ, ਉਹਨੂੰ ਅੱਜ ਹੀ ਕਰ ਦੇ। ਅਬ ਕਰਤਾ ਸੋਏ ਤਾਲ। ਤਾਲ ਦਾ ਅਰਥ ਹੈ ਤਤਕਾਲ, ਉਸੇ ਵੇਲੇ। ਪਾਛੈ ਕਛੂ ਨਾ ਹੋਏਗਾ, ਕਿਉਂਕਿ ਬਾਅਦ ਵਿੱਚ ਕੁਝ ਵੀ ਨਹੀਂ ਹੋਣਾ। ਜੋ ਕੁਝ ਹੋਣਾ ਉਹ ਵਰਤਮਾਨ ਵਿੱਚ, ਤਤਕਾਲ ਵਿੱਚ ਹੀ ਹੋਣਾ। ਬਾਅਦ ਵਿੱਚ ਤੇ ਆਉਣਾ ਹੀ ਨਹੀਂ। ਬਾਅਦ ਵਾਲਾ ਸਮਾਂ ਤੇ ਸਾਡੇ ਕੰਮ ਹੀ ਨਹੀਂ ਆਉਂਦਾ। ਜੇ ਕੱਲ੍ਹ ਵੀ ਸਾਡੇ ਕੰਮ ਆਉਣਾ ਤੇ ਉਦੋਂ ਅੱਜ ਹੋਵੇਗੀ, ਜੇ ਕੁਝ ਕੀਤਾ ਤੇ। ਕਦੀ ਕਿਸੇ ਦੇ ਕੱਲ੍ਹ ਕੰਮ ਨਹੀਂ ਆਈ। ਤੇ ਕੱਲ੍ਹ ਸ਼ਬਦ ਜਿਹੜਾ ਨਾ, ਇਹਦੇ ਅਰਥ ਹੀ ਨੇ ਕਾਲ, ਮੌਤ। ਕੱਲ੍ਹ ਹੈ ਹੀ ਕੋਈ ਨਹੀਂ। ਹੁਣ ਅਸੀਂ ਅੱਜ ਸੋਚੀਏ ਵੀ ਕੱਲ੍ਹ ਨੂੰ ਇਹ ਕੰਮ ਕਰਨਾ, ਸੋਚਦੇ ਰਹੀਏ, ਪਰ ਜਦੋਂ ਕੱਲ੍ਹ ਆਵੇਗੀ, ਕੰਮ ਉਦੋਂ ਹੋਵੇਗਾ ਜਦੋਂ ਅੱਜ ਵਿੱਚ ਸਮਾ ਗਈ। ਕੰਮ ਅੱਜ ਹੀ ਹੋਇਆ, ਕੱਲ੍ਹ ਨੂੰ ਹੋਣਾ ਹੀ ਨਹੀਂ। ਆਜ ਮਿਲਾਵਾ ਸ਼ੇਖ ਫਰੀਦ। ਤਾਂ ਇਸ ਤਰ੍ਹਾਂ ਹਜ਼ੂਰ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ। ਫਿਰ ਕਹਿੰਦੇ ਹਾਜ਼ਰ ਹਜ਼ੂਰ ਖੁਦਾਏ। ਉਸੇ ਵੇਲੇ ਰੱਬ ਹਾਜ਼ਰ ਹੈ, ਦੂਰ ਨਹੀਂ। ਪਰ ਇਹ ਤਾਂ ਹੋਵੇਗਾ ਕਿ ਬੰਦੇ ਖੋਜ ਦਿਲ ਹਰ ਰੋਜ਼, ਫਿਰ ਨਾ ਪਰੇਸ਼ਾਨੀ ਮਾਹੇ। ਇਸ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਫੈਸਲਾ ਲੈਣਾ ਕਿ ਝੂਠ ਨੂੰ ਪਹਿਲਾਂ ਝੂਠ ਜਾਣਨਾ, ਚੰਗੀ ਤਰ੍ਹਾਂ ਸਮਝ ਲੈਣਾ, ਤੇ ਝੂਠ ਛੱਡਣਾ ਹੀ ਸੱਚ ਨੂੰ ਪਾਉਣਾ ਹੈ। ਕਦੀ ਵੀ ਤੁਸੀਂ ਸੱਚ ਵਾਸਤੇ ਜਿੰਨੇ ਮਰਜ਼ੀ ਤਰਲੇ ਲਈ ਜਾਓ, ਜਿੰਨਾ ਮਰਜ਼ੀ ਕੀਰਤਨ ਕਰੋ ਵੀ ਸੱਚ ਤੱਕ ਚਲੇ ਜਾਈਏ, ਆਨੰਦ ਮਿਲ ਜਾਏ, ਜਿੰਨਾ ਮਰਜ਼ੀ ਕਿਤਾਬਾਂ ਪੜ੍ਹੋ, ਕਿਤਾਬਾਂ ਲਿਖੋ, ਜੋ ਮਰਜ਼ੀ ਕਰੋ, ਜਿੰਨਾ ਚਿਰ ਛੱਡਣ ਵਾਲੀ ਚੀਜ਼ ਨਹੀਂ ਛੱਡੀ, ਜੋ ਗਲਤ ਸੀ ਉਹਨੂੰ ਛੱਡਿਆ ਨਹੀਂ, ਤੇ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਕਲਗੀਧਰ ਪਾਤਸ਼ਾਹ ਅੱਜ ਦੇ ਬਚਨਾਂ ਵਿੱਚ ਕਹਿੰਦੇ ਨੇ, ਵਾਰ-ਵਾਰ ਨਮਸਕਾਰ ਕਰ ਰਹੇ ਨੇ ਐਸੇ ਅਕਾਲ ਪੁਰਖ ਨੂੰ ਜਿਹੜਾ ਸੱਚ ਦਾ ਆਨੰਦ ਸਰੂਪ ਹੈ। ਇਹ ਸੱਚ ਦਾ ਆਨੰਦ ਸ਼ਬਦ ਭਾਵੇਂ ਪੁਰਾਣੇ ਸਾਹਿਤ ਵਿੱਚੋਂ ਆਇਆ, ਇਹ ਇੱਕ ਤਸਵੀਰ ਹੈ ਸਾਧਕ ਤੇ ਮਨ ਦੀ। ਜਦੋਂ ਕੋਈ ਨਾਮ ਜਪਦਾ ਨਾ, ਤੇ ਗੁਰਬਾਣੀ ਵਿੱਚ ਇਹਨੂੰ ਕਿਹਾ ਗਿਆ ਵੀ ਨਾਮ ਅੰਦਰ ਬੰਦੇ ਦੇ ਇੱਕ ਤਸਵੀਰ ਬਣਾ ਦਿੰਦਾ ਆਪਣੀ। ਜਿਵੇਂ ਤੁਸੀਂ ਉਦਾਹਰਨ ਦਿਆਂ ਵੀ ਕਿਸੇ ਪੱਥਰ ਦੇ ਉੱਤੋਂ ਦੀ ਕੋਈ ਰੱਸੀ ਲੰਘਦੀ ਰਹੇ, ਤੇ ਰੱਸੀ ਉੱਥੋਂ ਭਾਵੇਂ ਪਾਸੇ ਵੀ ਕਰ ਦਿਓ, ਪਰ ਉੱਥੇ ਨਿਸ਼ਾਨ ਰਹਿ ਜਾਂਦੇ, ਉਹਦੇ ਨਿਸ਼ਾਨ ਲੱਗੇ ਰਹਿੰਦੇ। ਫਿਰ ਉਸ ਨਿਸ਼ਾਨ ਤੋਂ ਪਤਾ ਲੱਗਦਾ ਵੀ ਇੱਥੋਂ ਰੱਸੀ ਲੰਘਦੀ ਰਹੀ। ਇਸੇ ਤਰ੍ਹਾਂ ਜਦੋਂ ਕਿਸੇ ਗੁਰਮੁਖ ਦੇ ਮਨ ਵਿੱਚ ਨਾਮ ਦਾ ਧਿਆਨ ਚੱਲਦਾ ਰਹਿੰਦਾ ਹੈ, ਉਹ ਨਾਮ ਜਪਦਾ ਰਹਿੰਦਾ ਹੈ, ਤੇ ਸ਼ਬਦ ਉਹਦੇ ਮਨ ਦੇ ਵਿੱਚ ਇੱਕ ਮੋਹਰ ਲਾ ਦਿੰਦਾ, ਇੱਕ ਨਿਸ਼ਾਨ ਪੈ ਜਾਂਦਾ ਸੂਖਸ਼ਮ ਜਿਹਾ। ਉਹ ਦੂਜੇ ਨੂੰ ਨਹੀਂ ਦਿਸਦਾ, ਉਹ ਬੰਦਾ ਮਹਿਸੂਸ ਕਰ ਸਕਦਾ ਸਿਰਫ। ਉਹ ਅੰਦਰ ਇੱਕ ਥਾਂ ਬਣ ਜਾਂਦੀ ਵਜੂਦ, ਉੱਥੇ ਨਾਮ ਇਕੱਠਾ ਹੋ ਜਾਂਦਾ। ਉਹਨੂੰ ਕਹਿੰਦੇ ਨਾਮ ਦਾ ਖਜ਼ਾਨਾ ਇਕੱਠਾ ਹੋ ਗਿਆ ਗੁਰਮੁਖ ਵਿੱਚ। ਕਿਉਂਕਿ ਆਮ ਤੌਰ 'ਤੇ ਆਪਣੇ ਇਸ ਰਾਹ 'ਤੇ ਤੁਰਨ ਵਾਲੇ ਜਗਿਆਸੂਆਂ ਦੇ ਮਨ ਵਿੱਚ ਇੱਕ ਕੁਦਰਤੀ ਤੌਰ 'ਤੇ ਇੱਕ ਸਵਾਲ ਹੁੰਦਾ ਹੈ, ਔਰ ਹੋਣਾ ਵੀ ਚਾਹੀਦਾ ਹੈ, ਬਈ ਜਦੋਂ ਅਸੀਂ ਨਾਮ ਜਪੀਏ ਧਿਆਨ ਕਿਹਦਾ ਰੱਖੀਏ? ਕਿਉਂਕਿ ਧਿਆਨ ਤੇ ਰੱਖਣਾ ਹੀ ਪਏਗਾ ਨਾ, ਧਿਆਨ ਕਿਹਦਾ ਕਰੀਏ? ਤਾਂ ਕਈ ਤਰੀਕੇ ਨਿਕਲੇ ਨੇ ਧਿਆਨ ਰੱਖਣ ਦੇ, ਪਰ ਉੱਥੇ ਗੁਰੂ ਸਾਹਿਬ ਨੇ ਜਿਹੜਾ ਤਰੀਕਾ ਦੱਸਿਆ, ਉਹ ਕਹਿੰਦੇ ਨੇ ਜਿਹੜਾ ਸ਼ਬਦ ਤੂੰ ਜਪਣਾ ਨਾ, ਉਹਦਾ ਧਿਆਨ ਰੱਖ। ਜਿਹੜਾ ਸ਼ਬਦ ਜਪ ਰਿਹਾ ਉਹਦਾ ਧਿਆਨ ਰੱਖ। ਉਹਦੇ ਨਾਲ ਕੀ ਹੋਵੇਗਾ? ਉਹ ਆਵਾਜ਼ ਤੇਰੀ ਸੁਰਤ ਦੇ ਨਾਲ ਜਦੋਂ ਖਹੇਗੀ, ਤੇ ਉਹ ਸ਼ਬਦ, ਉਹ ਸਾਊਂਡ, ਉਹ ਆਵਾਜ਼ ਤੇਰੀ ਸੁਰਤ ਦੇ ਵਿੱਚ ਇੱਕ ਮੋਹਰ ਲਾ ਦੇਗੀ, ਰਗੜ ਪਾ ਦੇਗੀ। ਉੱਥੇ ਠੱਪਾ ਲੱਗ ਜਾਏਗਾ, ਸਿੱਧੇ ਸ਼ਬਦਾਂ ਵਿੱਚ ਕਹਿ ਦੇ। ਇਹਨੂੰ ਗੁਰਬਾਣੀ ਵਿੱਚ ਕਿਹਾ ਗਿਆ, ਤੇਰਾ ਹੁਕਮ ਪਵੈ ਨਿਸ਼ਾਨ, ਤੋ ਕਰੂੰ ਸਾਹਿਬ ਕੀ ਸੇਵਾ। ਸੇਵਾ ਕਦੋਂ ਸ਼ੁਰੂ ਹੁੰਦੀ ਹੈ? ਸਿਮਰਨ ਕਦੋਂ ਸ਼ੁਰੂ ਹੁੰਦਾ? ਜਦੋਂ ਅੰਦਰ ਨਿਸ਼ਾਨ ਪੈ ਜਾਏ ਸ਼ਬਦ ਦਾ। ਹੁਣ ਜਦੋਂ ਨਿਸ਼ਾਨ ਪੈ ਜਾਂਦਾ ਨਾ ਮਨ ਵਿੱਚ, ਪਹਿਲਾਂ ਤੇ ਗੁਰਮੁਖ ਉਸ ਆਵਾਜ਼ ਦਾ ਧਿਆਨ ਕਰਦਾ ਹੈ, ਤੇ ਜਦੋਂ ਉਸ ਆਵਾਜ਼ ਦਾ ਨਿਸ਼ਾਨ ਪੈ ਜਾਂਦਾ ਧਿਆਨ ਦੇ ਅੰਦਰ,
ਫਿਰ ਉਸ ਲੱਗੀ ਹੋਈ ਚੋਟ ਦਾ, ਸ਼ਬਦ ਦੀ ਚੋਟ ਦਾ, ਨਿਸ਼ਾਨ ਦਾ ਧਿਆਨ ਸ਼ੁਰੂ ਹੋ ਜਾਂਦਾ। ਫਿਰ ਕੋਈ ਦਿੱਕਤ ਨਹੀਂ ਧਿਆਨ ਦੀ, ਫਿਰ ਕੋਈ ਔਖਾ ਨਹੀਂ, ਕਿਉਂਕਿ ਜਿਉਂ ਹੀ ਥੋੜ੍ਹਾ ਜਿਹਾ ਜਪਿਆ ਧਿਆਨ ਚਲਾ ਗਿਆ ਉੱਥੇ ਨਿਸ਼ਾਨ ਦੇ ਉੱਤੇ, ਉੱਥੇ ਜਾ ਕੇ ਟਿਕ ਗਿਆ। ਹੁਣ ਨਹੀਂ ਉਹਦਾ ਧਿਆਨ ਉਖੜਦਾ, ਹੁਣ ਉਹਨੂੰ ਥਾਂ ਮਿਲ ਗਈ, ਉਹਦੇ ਉੱਤੇ ਉਹ ਕੇਂਦਰਿਤ ਹੋ ਜਾਂਦਾ, ਜੁੜ ਜਾਂਦਾ। ਉਹਨੂੰ ਕਹਿੰਦੇ ਨੇ ਤੇਰਾ ਹੁਕਮ ਪਵੈ ਨਿਸ਼ਾਨ। ਹੁਕਮ ਦਾ ਅਰਥ ਇੱਥੇ ਨਾਮ। ਤੇਰੇ ਹੁਕਮ ਦੁਆਰਾ ਜਪੇ ਹੋਏ ਨਾਮ ਨਾਲ ਗੁਰਸਿੱਖ ਦੇ ਮਨ ਵਿੱਚ ਕਿਤੇ ਨਾ ਕਿਤੇ ਇੱਕ ਨਿਸ਼ਾਨੀ ਪੈ ਜਾਂਦੀ, ਇੱਕ ਚੋਟ ਲੱਗ ਜਾਂਦੀ ਸ਼ਬਦ ਦੀ। ਚੋਟ ਸਹਾਰਾ ਸ਼ਬਦ ਕੀ। ਜਿਵੇਂ ਤੁਸੀਂ ਵੇਖੋਗੇ ਨਾ, ਇੱਥੇ ਕਈ ਵਾਰੀ ਆਪਾਂ ਆਏ ਤੇ ਕਿਤੇ ਪੈਰ ਵਿੱਚ ਠੇਡਾ ਲੱਗਾ ਹੋਇਆ, ਥੋੜ੍ਹੀ ਜਿਹੀ ਚੋਟ ਹੈ, ਤਾਂ ਤੁਸੀਂ ਸੁਣਦੇ ਵੀ ਰਹੋਗੇ। ਜਿੱਥੇ ਮਰਜ਼ੀ ਜਾਓਗੇ ਤੇ ਸਾਰਾ ਦਿਨ ਧਿਆਨ ਉਸ ਲੱਗੀ ਹੋਈ ਚੋਟ ਤੇ ਜਾਏਗਾ। ਬਾਹਰੋਂ ਜਿੱਥੇ ਕੋਈ ਸੱਟ ਲੱਗ ਗਈ ਧਿਆਨ ਰਹੇਗਾ ਉਹਦਾ, ਉਹਦੀ ਦਰਦ ਤੁਹਾਨੂੰ ਆਪਣੇ ਵੱਲ ਖਿੱਚਦੀ ਰਹੇਗੀ। ਇਸੇ ਤਰ੍ਹਾਂ ਗੁਰਮੁਖ ਨੂੰ ਅੰਦਰੋਂ ਚੋਟ ਲੱਗਦੀ ਹੈ, ਗੁਰੂ ਕੇ ਪਿਆਰ ਦੀ, ਗੁਰੂ ਕੇ ਸ਼ਬਦ ਦੀ। ਉਸ ਚੋਟ ਦੀ ਫਿਰ ਦਰਦ ਇਸ ਤਰ੍ਹਾਂ ਦੀ ਨਹੀਂ, ਫਿਰ ਉਹ ਦਰਦ ਉਸ ਗੁਰਸਿੱਖ ਨੂੰ ਆਪਣੇ ਵੱਲ ਵਾਰ-ਵਾਰ ਖਿੱਚਦੀ ਰਹਿੰਦੀ ਹੈ, ਉਹਦੇ ਧਿਆਨ ਨੂੰ ਧੁੰਦੀ ਰਹਿੰਦੀ ਹੈ, ਆਪਣੇ ਵੱਲ ਖਿੱਚ ਖਿੱਚ ਕੇ ਲਿਆਉਂਦੀ ਵਾਰ-ਵਾਰ। ਭਾਵੇਂ ਉਹ ਕਿਸੇ ਨਾਲ ਬੋਲੀ ਜਾਏ, ਭਾਵੇਂ ਉਹ ਕਿਸੇ ਨਾਲ, ਭਾਵੇਂ ਉਹ ਪ੍ਰਸ਼ਾਦਾ ਛਕੀ ਜਾਏ, ਸਫ਼ਰ ਕਰਦਾ ਹੋਵੇ, ਕਿੱਥੇ ਹੋਵੇ, ਜੇ ਥੋੜ੍ਹਾ ਜਿਹਾ 10, 15, 20 ਮਿੰਟ ਬਾਹਰ ਨਿਕਲ ਵੀ ਜਾਏ ਤੇ ਥੋੜ੍ਹਾ ਜਿਹਾ ਬਵੇਗਾ, ਫਿਰ ਉਹ ਖਿੱਚ ਲੈ ਗਿਆ ਆਪਣੇ ਵੱਲ, ਕਿਉਂਕਿ ਉੱਥੇ ਨਿਸ਼ਾਨ ਲੱਗਾ ਹੋਇਆ, ਸੱਟ ਲੱਗੀ ਹੋਈ ਹੈ। ਇਹਨੂੰ ਕਹਿੰਦੇ ਨੇ ਅਨਿਆਲੇ ਤੀਰ। ਗੁਰੂ ਰਾਮਦਾਸ ਜੀ ਨੇ ਤਾਂ ਹੀ ਕਿਹਾ ਸੀ, ਤੁਸੀਂ ਪਹਿਲੇ ਸ਼ਬਦ ਪੜ੍ਹੋ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ। ਪ੍ਰੇਮ ਦੇ ਬਾਣਾ ਨਾਲ ਅੰਦਰ ਚੋਟ ਲੱਗ ਗਈ, ਸ਼ਬਦ ਨਾਲ ਅੰਦਰ ਸੱਟ ਲੱਗ ਗਈ। ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਜਿਹਨੂੰ ਇਹ ਸੱਟ ਲੱਗੀ ਹੈ, ਸਿਰਫ ਉਹ ਆਪ ਹੀ ਆਪਣੀ ਸੱਟ ਨੂੰ ਜਾਣਦਾ। ਜਾਂ ਗੁਰਬਾਣੀ ਨੇ ਇਹਦੇ ਅਰਥ ਕੀਤੇ ਨੇ, ਮੈਂ ਉਹ ਕਰ ਰਿਹਾ ਤੁਹਾਡੇ ਨਾਲ ਸਾਂਝੇ। ਹੈ ਨਾ ਇਹ ਵਿੱਚ ਬਾਣੀ ਦੇ ਲਿਖਿਆ। ਭਾਵੇਂ ਅਸੀਂ ਕਹਿ ਦਿੱਤਾ ਵੀ ਪਰਮਾਰਥ ਦੀ ਵਿਆਖਿਆ ਕੋਈ ਨਹੀਂ ਹੁੰਦੀ ਜੀ, ਬਸ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ, ਉਸ ਕਰੀਏ ਨਾ ਅਸੀਂ ਤੇ ਹੋਰ ਕੌਣ ਕਰੇਗਾ ਫਿਰ, ਹੋਰ ਦੂਜੀਆਂ ਕੌਮ ਵਾਲਿਆਂ ਨੇ ਥੋੜ੍ਹੀ ਕਰਨੀ ਹੈ। ਅਸੀਂ ਤਾਂ ਸ਼ਬਦ ਪੜ੍ਹਨੇ ਆ ਇੱਧਰ ਗੁਰੂ ਗ੍ਰੰਥ ਸਾਹਿਬ ਦਾ, ਤੇ ਘੰਟਾ ਸੁਣਾ ਕੇ ਕਹਾਣੀਆਂ ਤੇ ਪਾਸੇ ਗਏ, ਤੇ ਸਰੋਤਿਆਂ ਦੀ ਸਰੋਤ ਸ਼ਕਤੀ ਵੀ ਅਸੀਂ ਵਿਗਾੜ ਦਿੱਤੀ ਹੈ। ਜਿਵੇਂ ਸਰੋਤਿਆਂ ਦੀ ਕੀਰਤਨ ਸੁਣਨ ਦੀ ਰੁਝਾਵਾਂ ਅਸੀਂ ਵਿਗਾੜ ਦਿੱਤਾ ਨਾ, ਸੁਣਾ ਸੁਣਾ ਕੇ ਟਿਊਨਾਂ ਤੇ ਹੋਰ ਚੀਜ਼ਾਂ, ਇਸੇ ਤਰ੍ਹਾਂ ਅਸੀਂ ਕਥਾ ਦੀ ਵੀ ਜਿਹੜਾ ਰੁਝਾਨ ਸਰੋਤਿਆਂ ਦਾ ਵਿਗਾੜ ਦਿੱਤਾ ਹੈ। ਵੀ ਪੜ੍ਹਿਆ ਵੀ ਇਹ ਸ਼ਬਦ ਦੀ ਕਰਨੀ ਕਥਾ, ਸ਼ਬਦ ਇੱਕ ਵਾਰੀ ਪੜ੍ਹ ਲਿਆ ਤੇ ਜਿਉਂ ਨਿਕਲੇ ਅਫਗਾਨਿਸਤਾਨ ਤੋਂ ਲੈ ਕੇ ਸ਼੍ਰੀਲੰਕਾ ਤੱਕ ਸਾਰਾ ਦੇਸ਼ ਗਾ ਦਿੱਤਾ, ਤੇ ਸ਼ਬਦ ਉੱਥੇ ਉਹਨੂੰ ਛੇੜੀ ਕੋਈ ਨਹੀਂ, ਵਿੱਚ ਲਿਖਿਆ ਕੀ ਹੋਇਆ। ਕੀ ਗੁਰੂ ਗ੍ਰੰਥ ਸਾਹਿਬ ਨੇ ਵਿਆਖਿਆ ਨਹੀਂ ਕੀਤੀ ਜਿਹੜੀ ਆ ਚੋਟ ਦੀ ਵਿਆਖਿਆ ਹੈ? ਜੇ ਕੀਤੀ ਹੈ ਤੇ ਫਿਰ ਅਸੀਂ ਕਿਉਂ ਨਹੀਂ ਇਹਨੂੰ ਕਰਦੇ? ਇਸੇ ਕਰਕੇ ਸਾਡੀ ਕੌਮ ਭਟਕੀ ਹੈ ਪਰਮਾਰਥੀ ਤੌਰ 'ਤੇ। ਤੇ ਜਿਸ ਕੌਮ ਦਾ ਬੇਸ ਨਹੀਂ ਉਹਦਾ ਬਾਹਰ ਕੀ ਹੋਵੇਗਾ? ਇਹ ਠੀਕ ਹੈ ਵੀ ਅਸੀਂ ਮਾਰਿਆਂ ਬਕਾਰਿਆਂ ਵਿੱਚ ਵਿਸ਼ਵਾਸ ਸਰੋਤਿਆਂ ਦਾ ਬਣਾ ਦਿੱਤਾ ਹੈ, ਸਰੋਤਿਆਂ ਦੀ ਸੁਣਨ ਦੀ ਤਰੀਕੇ ਨੂੰ ਅਸੀਂ ਖਰਾਬ ਕਰ ਦਿੱਤਾ ਹੈ। ਲੋਕ ਵੀ ਹੁਣ ਚਾਹੁੰਦੇ ਨੇ ਬਈ ਆ ਜਿੱਥੇ ਜਾਈਏ ਨਾ, ਕਈ ਥਾਵਾਂ 'ਤੇ ਤਾਂ ਗੁਰਮੁਖ ਹੁੰਦੇ, ਉਹ ਤਾਂ ਇੱਕ ਗੱਲ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਸੀਂ ਗੱਲ ਸੁਣਾਉਣੀ 1 ਘੰਟਾ, ਤੇ ਕਈ ਫਿਰ ਕਹਿਣਗੇ ਵੀ ਤੁਸੀਂ ਬੰਬ ਕੱਢ ਦੇਣੀ। ਬੰਬ ਕੱਢਣ ਦਾ ਮਤਲਬ ਕੀ ਹੈ? ਤੁਸੀਂ ਜਰਾ ਤਕੜੇ ਹੋ ਕੇ, ਮੈਂ ਕਿਹਾ ਵੀ ਇੱਥੇ ਗੁਰੂ ਕੀ ਵਿਚਾਰ ਕਰਨੀ ਹੈ ਕਿ ਘੋਲ ਹੋ ਰਹੇ ਨੇ, ਕਿ ਅਖਾੜਾ ਹੋ ਰਿਹਾ, ਕਿ ਕੁਸ਼ਤੀਆਂ ਨੇ ਕਿਤੇ। ਤੁਸੀਂ ਗੱਲ ਸੁਣਨੀ ਹੈ ਕਿ ਇਹ ਕੋਈ ਕਲਾਕਾਰਾਂ ਦਾ ਅਖਾੜਾ ਹੈ ਵੀ ਬਾਹਾਂ ਖੜੀਆਂ ਕਰ ਕਰਕੇ ਝੂਠ ਬੋਲਾਂਗੇ? ਇੱਥੇ ਕੀ ਕਰਨਾ ਹੈ? ਯਾਦ ਰੱਖੀਏ, ਸਾਡੀ ਦੁਰਗਤੀ ਦਾ ਕਾਰਨ ਸ਼ਾਇਦ ਅਸੀਂ ਗੁਰੂ ਕੀ ਮੱਤ ਤੋਂ ਦੂਰ ਜਾ ਕੇ ਬਹੁਤ ਸਾਰੇ ਕੰਮ ਕਰ ਰਹੇ ਹਾਂ। ਇਹ ਗੁਰੂ ਕੀ ਮੱਤ ਹੈ ਨਹੀਂ। ਜਿਹੜੇ ਲੋਕ ਬਹੁਤਾ ਰੌਲਾ ਪਾਉਂਦੇ, ਯਾਨੀ ਕਿ ਜਿੰਨਾ ਰੌਲਾ ਜ਼ਿਆਦਾ ਉਹਨੇ ਪੈਸੇ ਜ਼ਿਆਦਾ ਦੇਣੇ ਆ ਅਸੀਂ, ਜਿੰਨਾ ਰੌਲਾ ਜ਼ਿਆਦਾ ਪਏਗਾ, ਔਰ ਉਹਨਾਂ ਨੂੰ ਅਸੀਂ ਤਰਜੀਹ ਦਿੰਦੇ ਹਾਂ ਵੀ ਇਹਨਾਂ
ਗੱਲ ਤੇ ਆ ਹੀ ਹੈ ਜਿਹੜੀ ਗੱਲ ਸਮਝ ਵਿੱਚ ਆਉਂਦੀ, ਔਰ ਇਹ ਹੈ ਵੀ ਸੱਚਾਈ ਵੀ ਜੇ ਗੁਰਬਾਣੀ ਸਮਝ ਵਿੱਚ ਆ ਗਈ ਤੇ ਉਹ ਹੋਣੀ ਆਰਾਮ ਨਾਲ, ਤੇ ਜੇ ਸਮਝ ਵਿੱਚ ਆ ਗਈ ਤੇ ਫਿਰ ਮਨ ਨੂੰ ਸੱਟ ਲੱਗਣੀ ਵੀ ਗੁਰਬਾਣੀ ਜੋ ਕੁਝ ਕਹਿ ਰਹੀ ਆਪਾਂ ਤੇ ਉਹ ਕਰਦੇ ਕੋਈ ਨਹੀਂ ਪਏ। ਇਸ ਕਰਕੇ ਸਾਨੂੰ ਵੀ ਰੌਲੇ ਬਾਰੇ ਜ਼ਿਆਦਾ ਚਾਹੀਦੇ, ਸਮਝਾਉਣ ਵਾਲੇ ਨਹੀਂ, ਕਿਉਂਕਿ ਸਮਝਣਾ ਨਹੀਂ ਆਸਾਨ। ਜੇ ਅਸੀਂ ਸਮਝ ਲਿਆ ਤੇ ਮਨ ਨੂੰ ਸੱਟ ਲੱਗੇਗੀ ਵੀ ਗੁਰੂ ਹੋਰ ਕਹਿ ਰਿਹਾ, ਜਿਹਨੂੰ ਮੱਥਾ ਟੇਕਿਆ ਅਸੀਂ ਕੁਝ ਹੋਰ ਕਰ ਰਹੇ ਹਾਂ। ਇਸ ਕਰਕੇ ਤਰੀਕਾ ਸੌਖਾ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਗੱਲ ਸੁਣੋ ਜਿਹੜੇ ਰੌਲਾ ਗੋਲਾ ਬਹੁਤ ਪਾਉਂਦੇ, ਸਮਝਾਉਂਦੇ ਘੱਟ ਨੇ। ਤਾਂ ਇਹਦੀ ਵਿਆਖਿਆ ਗੁਰਮਤ ਵਿੱਚ ਆਈ ਹੈ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਇਸ ਤਰ੍ਹਾਂ ਦੀ ਇੱਕ ਇਹਨੂੰ ਕਿਹਾ ਬਾਣੀ ਦੇ ਵਿੱਚ, ਤੇਰਾ ਹੁਕਮ ਪਵੈ ਨਿਸ਼ਾਨ। ਮੈਂ ਗੱਲ ਕਰ ਰਿਹਾ ਸੀ, ਆਮ ਹੀ ਸਿੱਖ ਸਾਧਕ ਦੀ ਇਹ ਸਵਾਲ ਹੈ ਜਿਹੜੇ ਮੁਸ਼ੱਕਤ ਕਰਦੇ ਨੇ ਵੀ ਸਾਡਾ ਧਿਆਨ ਨਹੀਂ ਲੱਗਦਾ। ਧਿਆਨ ਕਿੱਥੇ ਲੱਗੇ ਦੱਸੋ ਸਾਨੂੰ। ਤਾਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਪਹਿਲਾਂ ਤੂੰ ਜਦੋਂ ਨਾਮ ਜਪੇਗਾ ਨਾ ਤੇ ਤੇਰੇ ਅੰਦਰ ਨਾਮ ਦੀ ਚੋਟ ਨਿਸ਼ਾਨ ਪਾ ਦੇਗੀ, ਅੰਦਰ ਹੀ ਤੇਰੇ ਨਿਸ਼ਾਨ ਪਾ ਦੇਗੀ। ਤੇ ਜੇ ਤੂੰ 6 ਮਹੀਨੇ ਸਾਲ ਚੰਗੀ ਤਰ੍ਹਾਂ ਲਾ ਦਿੱਤੇ, ਰੋਜ਼ ਘੰਟਾ 2, ਤਾਂ ਇੰਨੇ ਚਿਰ ਵਿੱਚ ਤਕਰੀਬਨ ਅੰਦਰ ਸੁਰਤ ਦੇ ਉਹ ਕੇਂਦਰ ਬਣ ਜਾਂਦਾ ਜਿਹਦਾ ਫਿਰ ਸਿੱਖ ਧਿਆਨ ਕਰ ਸਕਦਾ ਹੈ ਸਿੱਧਾ। ਜਿਉਂ ਹੀ ਬੈਠੇਗਾ ਧਿਆਨ ਸਿੱਧਾ ਜਾਏਗਾ ਉੱਥੇ, ਫਿਰ ਉੱਥੇ ਸਿਮਰਨ ਹੋਵੇ। ਉਹਦੇ ਤੋਂ ਅੱਗੇ ਹੋਰ ਬੜੀਆਂ ਫਿਰ ਆਪਣੇ ਆਪ ਵੇਖੀ ਜਾਏਗਾ ਉਹ। ਤਾਂ ਇਹ ਇੱਕ ਤਰੀਕਾ ਦੱਸਿਆ ਕਿ ਤੇਰਾ ਹੁਕਮ ਪਵੈ ਨਿਸ਼ਾਨ, ਚੋਟ ਲੱਗ ਗਈ ਅੰਦਰ, ਤੋ ਕਰੋ ਸਾਹਿਬ ਕੀ ਸੇਵਾ। ਸੇਵਾ ਹੁਣ ਸ਼ੁਰੂ ਹੋਈ ਹੈ। ਉਹਦੇ ਤੋਂ ਬਾਅਦ ਕੀ ਹੁੰਦਾ ਹੈ, ਜਦੋਂ ਕਿਸੇ ਗੁਰਸਿੱਖ ਦੇ ਮਨ ਵਿੱਚ ਚੋਟ ਲੱਗਦੀ ਹੈ, ਫਿਰ ਕਹਿੰਦੇ ਜਬ ਗੁਰ ਦੇਖੇ ਸ਼ੁਭ ਦ੍ਰਿਸ਼ਟ। ਫਿਰ ਉਸ ਸਿੱਖ ਵੱਲ ਗੁਰੂ ਸ਼ੁਭ ਦ੍ਰਿਸ਼ਟੀ ਕਰਕੇ ਵੇਂਦਾ ਵੀ ਮੇਰਾ ਸਿੱਖ ਸਹੀ ਰਾਹ ਤੇ ਜਾ ਰਿਹਾ ਹੈ, ਮੇਰਾ ਸਿੱਖ ਕਮਾਈ ਕਰੀ ਜਾਂਦਾ ਹੈ, ਵਿਕਾਸ ਕਰੀ ਜਾਂਦਾ ਹੈ, ਅੱਗੇ ਲੰਘੀ ਜਾਂਦਾ ਹੈ। ਉਹਦੇ ਵਾਸਤੇ ਫਿਰ ਕਿਆ ਕਹਿੰਦੇ ਜਬ ਗੁਰ ਦੇਖੈ ਸ਼ੁਭ ਦ੍ਰਿਸ਼ਟ। ਉਹਦੇ ਤੋਂ ਅੱਗੇ ਕੀ ਹੋਵੇਗਾ, ਫਿਰ ਕਹਿੰਦੇ ਨਾਮ ਕਰਤਾ ਮੁਖ ਮੇਵਾ। ਮੇਵਾ ਖਾਧਾ ਕਦੀ ਤੁਸੀਂ? ਮੇਵਾ ਮਿੱਠਾ ਹੈ, ਇਹਦਾ ਮਤਲਬ ਹੈ ਅੰਮ੍ਰਿਤ ਰਸ ਫਿਰ ਮਿਲੇਗਾ ਸਿੱਖ ਨੂੰ, ਮੂੰਹ ਮਿੱਠਾ ਹੋ ਜਾਏਗਾ ਉਹ। ਫਿਰ ਕਹਿੰਦੇ ਨਾਮ ਕਰਤਾ ਮੁਖ ਮੇਵਾ, ਉਹਦੇ ਮੂੰਹ ਵਿੱਚ ਇਉਂ ਨਾਮ ਟਿਕ ਜਾਂਦਾ ਜਿਵੇਂ ਮੇਵਾ ਪਿਆ ਹੁੰਦਾ। ਇਹ ਸਾਰੀਆਂ ਦਸ਼ਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਨੂੰ ਸਮਝਾਉਣ ਵਾਸਤੇ ਕਈਆਂ ਨੇ, ਔਰ ਕਰਨ ਵਾਸਤੇ ਕਈਆਂ ਨੇ। ਕੇਵਲ ਇਹ ਵਿਆਖਿਆਵਾਂ ਨਹੀਂ, ਕੇਵਲ ਇਹ ਕਿਤਾਬਾਂ ਨਹੀਂ, ਇਹ ਕੇਵਲ ਝੂਠਾ ਗਿਆਨ ਨਹੀਂ ਹੈ, ਇਹ ਬਿਲਕੁਲ ਕਮਾਇਆ ਹੋਇਆ, ਹੰਡਾਇਆ ਹੋਇਆ, ਜੀਵਨ ਦੇ ਵਿੱਚ ਪੂਰੀ ਤਰ੍ਹਾਂ ਵਰਤ ਕੇ ਵੇਖਿਆ ਹੋਇਆ ਗਿਆਨ ਗੁਰੂ ਸਾਹਿਬ ਨੇ ਕਿਹਾ। ਇਸ ਕਰਕੇ ਅੱਜ ਦੇ ਸ਼ਬਦਾਂ ਦੇ ਅੰਦਰ ਕਲਗੀਧਰ ਪਾਤਸ਼ਾਹ ਉਸ ਨੂੰ ਕਹਿੰਦੇ ਆਨੰਦ, ਸੱਚ ਦਾ ਆਨੰਦ, ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਜਿਨ੍ਹਾਂ ਦੀ ਪਕੜ ਸੰਸਾਰ ਵਿੱਚੋਂ ਛੁੱਟ ਗਈ, ਵਿੱਚ ਹੀ ਰਹੇ ਵੈਸੇ, ਪ੍ਰਾਲਬਧ ਅਨੁਸਾਰ ਸੰਸਾਰ ਨੂੰ ਭੋਗਦੇ ਵੀ ਰਹੇ, ਪਰ ਪਕੜਹੀਣ ਹੋ ਗਏ। ਇਸ ਤਰ੍ਹਾਂ ਦੀ ਜਿਨ੍ਹਾਂ ਵਿੱਚ ਦਸ਼ਾ ਆ ਗਈ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਇੱਥੇ ਸ਼ਬਦ ਦੇ ਫਿਰ ਅਰਥ ਨੇ ਉਹ ਨਿਸ਼ਾਨ, ਤਿਨ ਕਾ ਸ਼ਬਦ ਉਹਨਾਂ ਦਾ ਨਿਸ਼ਾਨ ਸੱਚੇ ਨੇ ਹੋਰ ਸਵਾਰ ਦਿੱਤਾ, ਤਸਵੀਰ ਹੋਰ ਗਹਿਰੀ ਹੋ ਗਈ ਨਾਮ ਦੇ ਅੰਦਰ। ਇਹਨੂੰ ਕਿਹਾ ਅਕਾਲ ਮੂਰਤ, ਇਹਦਾ ਸਿੱਖ ਧਿਆਨ ਕਰਦਾ ਹੈ। ਇਹਨੂੰ ਕਹਿੰਦੇ ਨੇ ਅਕਾਲ ਦੀ ਮੂਰਤ ਹੈ, ਉਹਦੀ ਵੀ ਇੱਕ ਮੂਰਤ ਹੈ, ਉਹਦੀ ਵੀ ਇੱਕ ਤਸਵੀਰ ਹੈ, ਜਿਹਦਾ ਸਿੱਖ ਫਿਰ ਧਿਆਨ ਕਰ ਲੈਂਦਾ। ਫਿਰ ਕਹਿੰਦੇ ਤਿਨ ਕਾ ਸ਼ਬਦ ਸੱਚੈ ਸਵਾਰਿਆ।
ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਪਹਿਲੇ ਸਿੱਖ ਦੇ ਅੰਦਰ ਹੈ ਸੀ, ਬਸ ਗੁਰੂ ਨੇ ਤੇ ਉਹਨੂੰ ਦੱਸ ਦਿੱਤਾ, ਉਹਦੀ ਉਂਗਲ ਧਰਾ ਦਿੱਤੀ ਵੀ ਇੱਥੇ ਹੈ ਤੇਰੇ ਵਿੱਚ, ਇਹ ਤੂੰ ਪਾਸੇ ਕਰ ਦੇ, ਇਹਨਾਂ ਚੀਜ਼ਾਂ ਨੂੰ ਛੱਡ ਦੇ ਤੇ ਵਿੱਚੋਂ ਪਾ ਲੈ, ਲੱਭ ਲੈ, ਇਹ ਕੰਮ ਤੂੰ ਕਰ। ਇਹ ਸਿੱਖ ਨੂੰ ਸਮਝਾਇਆ ਗੁਰੂ ਨੇ। ਉਹਨੂੰ ਕਹਿੰਦੇ ਕਲਗੀਧਰ ਪਾਤਸ਼ਾਹ ਵੀ ਉਸ ਆਨੰਦ ਤੱਕ ਖਾਲਸੇ ਨੇ ਜਾਣਾ ਹੈ। ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਉਹ ਹੀ ਖਾਲਸ, ਉਹ ਹੀ ਸ਼ੁੱਧ ਹੈ ਜਿਹਨੇ ਆਤਮ ਰਸ ਨੂੰ ਜਾਣ ਲਿਆ। ਸਤਿਗੁਰੂ ਇਸ ਅਖੀਰਲੇ ਛੰਦ ਦੇ ਵਿੱਚ, ਜਿਹਨੂੰ ਭੁਜੰਗ ਪਰਿਆਤ ਛੰਦ ਕਹਿੰਦੇ ਨੇ, ਪਰਯਾਤ ਭੁਜੰਗ, ਪਰਲੇ ਦੇਸ਼ ਦੀ ਯਾਤਰਾ ਕਰਨ ਵਾਲੇ ਪਰ ਖੰਭ ਨੇ ਇਸ ਛੰਦ ਦੇ ਅੰਦਰ। ਹਜ਼ੂਰ ਕਲਗੀਧਰ ਪਾਤਸ਼ਾਹ ਕਹਿੰਦੇ ਨਮਸਤੁਲ ਪ੍ਰਣਾਮੇ। ਨਮਸਤੁਲ ਨਮਸਕਾਰ ਹੈ, ਝੁਕ ਰਹੇ ਨੇ ਉਸ ਅੱਗੇ, ਅੰਦਰੋਂ ਝੁਕੀ ਜਾ ਰਹੇ ਨੇ। ਸਰੀਰ ਦਾ ਹੁਣ ਝੁਕਣਾ ਬੰਦ ਹੋ ਗਿਆ ਹੈ, ਹੁਣ ਅੰਦਰ ਕੁਝ, ਅੰਦਰ ਦੀ ਨਮਸਕਾਰ, ਅੰਦਰ ਦਾ ਮੱਥਾ ਟੇਕਣਾ ਹੁਣ ਸ਼ੁਰੂ ਹੋ ਗਿਆ। ਉਹਨੂੰ ਕਹਿੰਦੇ ਨਮਸਤੁਲ ਪ੍ਰਣਾਮੇ। ਪ੍ਰਣਾਮ, ਤੈਨੂੰ ਪ੍ਰਣਾਮ ਹੈ, ਸਦਾ ਹੀ ਝੁਕੀ ਜਾਈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਨਮਸਤੁਲ ਪ੍ਰਣਾਮੇ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਮਸਤੁਲ ਪ੍ਰਣਾਮੇ। ਪ੍ਰਣਾਮ ਕਰਨੀ, ਨਮਸਕਾਰ ਕਰਨੀ, ਇਹ ਵੀ ਇੱਕ ਭਗਤੀ ਹੈ। ਇਹਨੂੰ ਸਤਿਗੁਰੂ ਵਰਤ ਰਹੇ ਨੇ ਤੇ ਨਾਲ ਕਹਿ ਰਹੇ ਨੇ ਸਿੱਖਾ ਝੁਕਣ ਦੀ ਜਾਚ ਸਿੱਖ ਲੈ, ਝੁਕਿਆ ਵੀ ਕਰ। ਇੱਕ ਪਾਸੇ ਦੋ ਗੱਲਾਂ ਇਕੱਠੀਆਂ ਕਹੀਆਂ ਨੇ, ਕਹਿੰਦੇ ਐਵੇਂ ਵੀ ਨਾ ਝੁਕੀ ਜਾਈ ਕਿਤੇ ਰੱਬ ਤੋਂ ਬਿਨਾਂ, ਐਵੇਂ ਨਾ ਝੁਕੀ ਜਾਈ, ਉਹ ਵੀ ਕਿਹਾ। ਪਰ ਨਾਲ ਇਹ ਵੀ ਕਿਹਾ ਵੀ ਕਿਤੇ ਪੱਥਰ ਵੀ ਨਾ ਹੋ ਜਾਏ, ਬਿਲਕੁਲ ਕਿਤੇ ਇਸ ਉਪਦੇਸ਼ ਨੂੰ ਤੂੰ ਫੜ ਲਿਆ ਵੀ ਝੁਕਣਾ ਨਹੀਂ ਕਿਤੇ, ਤੇ ਆਕੜ ਹੀ ਜਾਏ, ਹੰਕਾਰੀ ਹੋ ਜਾਏ, ਨਹੀਂ। ਉਹਦੀ ਪਰਿਭਾਸ਼ਾ ਦੱਸੀ, ਕਹਿੰਦੇ ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਪੂਰਨ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਉੱਥੇ ਨਾ ਝੁਕੀ ਜਿੱਥੇ ਤੈਨੂੰ ਗੁਰੂ ਨੇ ਰੋਕਿਆ, ਪਰ ਨਫ਼ਰਤ ਵੀ ਨਾ ਕਰੀ, ਖਿਆਲ ਰੱਖੀ। ਜਿੱਥੇ ਤੂੰ ਨਹੀਂ ਝੁਕਣਾ, ਜੇ ਤੂੰ ਉਹਦੀ ਨਫ਼ਰਤ ਕੀਤੀ, ਤੇਰਾ ਧਿਆਨ ਉੱਥੇ ਰਹੇਗਾ ਦਿਨ ਰਾਤ, ਫਿਰ ਤੂੰ ਉਹਦੇ ਤੋਂ ਛੁੱਟ ਨਹੀਂ ਸਕੇਗਾ। ਇੱਥੇ ਗਲਤੀ ਹੋ ਜਾਂਦੀ ਹੈ। ਜਿਹੜੀ ਚੀਜ਼ ਤੋਂ ਇਹ ਗੁਰੂ ਨੇ ਰੋਕਦੇ ਨੇ ਨਾ, ਇਹ ਬੰਦੇ ਦੇ ਮਨ ਦਾ ਇੱਕ ਅਜੀਬ ਵਿਗਿਆਨ ਹੈ ਕਿ ਉਹ ਜਿਹੜੀ ਚੀਜ਼ ਨੂੰ ਛੱਡਦਾ ਹੈ, ਉਹਦਾ ਧਿਆਨ ਉਹਦੇ ਵਿੱਚ ਰਹਿ ਜਾਂਦਾ ਹੈ। ਜਿਹੜੀ ਚੀਜ਼ ਨੂੰ ਬਹੁਤਾ ਛੱਡਦਾ ਜ਼ੋਰ ਲਾ ਕੇ, ਜਾਂ ਤੇ ਕੋਈ ਚੀਜ਼ ਛੋਟੀ ਜਾਏ, ਬੇਧਿਆਨ ਹੋ ਜਾਏ, ਧਿਆਨ ਵਿੱਚੋਂ ਨਿਕਲ ਜਾਏ, ਫਿਰ ਤੇ ਛੁੱਟ ਗਈ ਜਾਨ ਉਹਦੀ। ਨਹੀਂ ਤੇ ਕਈ ਵਾਰੀ ਗੁਰੂ ਨੇ ਕਿਹਾ ਵੀ ਇਹਨੂੰ ਨਹੀਂ ਮੰਨਣਾ, ਇਹਨੂੰ ਨਹੀਂ ਮੰਨਣਾ, ਉਹ ਬਾਹਰੋਂ ਤੇ ਕਹਿੰਦਾ ਇਹਨੂੰ ਨਹੀਂ ਮੰਨਣਾ, ਤੇ ਧਿਆਨ ਦਿਨ ਰਾਤ ਉਹਦਾ ਹੀ ਕਰੀ ਜਾਂਦਾ ਵੀ ਇਹਨੂੰ ਨਹੀਂ ਮੰਨਣਾ, ਇਹ ਜਪੀ ਜਾਂਦਾ ਹੈ। ਗਲਤੀ ਹੋ ਗਈ ਉੱਥੇ। ਇਸ ਲਈ ਕਈ ਵਾਰੀ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਛੱਡਣੇ ਆ, ਸਹੀ ਅਰਥਾਂ ਵਿੱਚ ਨਹੀਂ ਛੱਡਦੇ, ਕਿਉਂਕਿ ਸਾਡਾ ਮਨ ਉੱਥੇ ਹੀ ਹੁੰਦਾ, ਛੱਡਿਆ ਕਿਵੇਂ ਗਿਆ। ਗੁਰੂ ਨੇ ਕਿਹਾ ਇਹ ਛੱਡ ਦੇਈ, ਉਹ ਛੱਡ ਦੇਈ। ਜਿਨ੍ਹਾਂ ਚੀਜ਼ਾਂ ਤੋਂ ਰੋਕਿਆ, ਧਿਆਨ ਤੇ ਉੱਥੇ ਹੀ ਅੜਿਆ ਰਿਹਾ। 4 ਬਜਰ ਕ੍ਰਹਿਤਾਂ ਤੋਂ ਰੋਕਿਆ, ਛੱਡ ਤੇ ਦਿੱਤੀਆਂ,
ਪਰ ਇੰਨੀ ਸਖਤੀ ਨਾਲ ਛੱਡੀਆਂ ਵੀ ਧਿਆਨ ਉੱਥੇ ਵੱਜ ਗਿਆ ਵੀ ਇਹਨਾਂ ਨੂੰ ਛੱਡਣਾ ਹੀ ਛੱਡਣਾ। ਇਸ ਕਰਕੇ ਉਹ ਛੁੱਟੀਆਂ ਨਹੀਂ। ਤਾਂ ਸਤਿਗੁਰੂ ਨੇ ਕਿਹਾ ਵੀ ਝੁਕ ਅੰਦਰੋਂ। ਜਿਸ ਵੇਲੇ ਇਹ ਸਾਧ ਸੰਗਤ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਗੁਰੂ ਸਾਹਿਬ ਜਾਂਦੇ ਨੇ ਤਾਂ ਇੱਕ ਜੀਵਨ ਵਿੱਚ ਝੂਮ ਉਹਨਾਂ ਦੇ ਪੈਦਾ ਹੋ ਜਾਂਦੀ, ਲਚਕ, ਝੁਕੀ ਜਾਂਦੇ ਨੇ, ਨਮਸਕਾਰ ਕਰੀ ਜਾਂਦੇ। ਫਿਰ ਕਹਿੰਦੇ ਸਮਸਤੁਲ ਪਰਨਾਸੇ। ਸਮਸਤ ਦਾ ਅਰਥ ਹੁੰਦਾ ਸਾਰੇ, ਪਰਨਾਸੇ ਦਾ ਅਰਥ ਹੈ ਨਾਸ਼ ਕਰਨ ਵਾਲਾ, ਸਾਰਿਆਂ ਦਾ ਨਾਸ਼ ਕਰਨ ਵਾਲਾ। ਅਗੰਜੁਲ ਅਨਾਮੇ। ਅਗੰਜੁਲ ਗੰਜ ਦਾ ਅਰਥ ਹੈ, ਵੈਸੇ ਗੰਜ ਦਾ ਅਰਥ ਖਜ਼ਾਨਾ ਵੀ ਕੀਤਾ ਗਿਆ ਹੈ। ਆਪਾਂ ਕਹਿੰਦੇ ਨਾ ਵੀ ਕਾਰੂ ਬਾਦਸ਼ਾਹ ਨੇ 40 ਗੰਜ ਜੋੜੇ ਸਨ, ਮਾਇਆ ਜੋੜੀ ਸੀ। ਪਰ ਇੱਥੇ ਵਿਦਵਾਨਾਂ ਨੇ ਬਹੁਤੇ ਅਰਥ ਜਿਹੜੇ ਲਿਖੇ ਹੋਏ ਮਿਲਦੇ ਨੇ ਉਹ ਇਹ ਨੇ ਵੀ ਅਗੰਜ ਦਾ ਅਰਥ ਜਿਹਨੂੰ ਕੋਈ ਤੋੜ ਨਾ ਸਕੇ, ਜਿੱਤ ਨਾ ਸਕੇ। ਪਰ ਅਗੰਜ ਦੇ ਅਰਥ ਨੇ ਰੱਬ ਜੋੜ ਕੇ ਨਹੀਂ ਰੱਖਦਾ, ਉਹਦੇ ਅਰਥ ਇਹ ਨੇ ਜਦੋਂ ਜੋੜਿਆ ਉਦੋਂ ਵਿਸ਼ ਬਣ ਗਈ। ਆਪਾਂ ਕਹਿੰਦੇ ਆ ਨਾ ਵੀ ਇਹ ਪੂਜਾ ਦਾ ਧਾਨ ਹੈ, ਤੇ ਪੂਜਾ ਦਾ ਧਾਨ ਇਕੱਲਾ ਗੁਰਦੁਆਰੇ ਦਾ ਨਹੀਂ ਜੇ। ਜਿੱਥੇ ਬੰਦੇ ਨੇ ਜੋੜਨਾ ਸ਼ੁਰੂ ਕੀਤਾ ਉੱਥੇ ਪੂਜਾ ਦਾ ਧਾਨ ਹੀ ਬਣ ਗਿਆ। ਜਦੋਂ ਇਹ ਰੁਕੀ, ਬਸ ਜਿੱਥੇ ਰੁਕੀ ਉੱਥੇ ਦੁੱਖ ਆਇਆ। ਜਾਂ ਇਕੱਠੀ ਬਹੁਤੀ ਕੀਤੀ ਤੇ ਜਾਂ ਇਹਨੂੰ ਬਹੁਤਾ ਵਧਾਉਣ ਦਾ ਯਤਨ ਕੀਤਾ, ਫਿਰ ਜ਼ਮੀਨ ਤੇ ਪੈਰ ਨਹੀਂ ਲੱਗਦੇ, ਪਤਾ ਨਹੀਂ ਲੱਗਦਾ ਆਦਮੀ ਕਿੱਧਰ ਜਾ ਰਿਹਾ। ਇਸ ਕਰਕੇ ਰੱਬ ਦਾ ਇੱਕ ਸੁਭਾਅ ਹੈ, ਉਹਦਾ ਇੱਕ ਸੁਭਾਅ ਵੀ ਉਹਦੇ ਕੋਲ ਖਜ਼ਾਨਿਆਂ ਦਾ ਕੋਈ ਅੰਤ ਨਹੀਂ, ਭਰੇ ਹੋਏ ਨੇ, ਬਹੁਤ ਸਾਰੇ ਖਜ਼ਾਨੇ ਭਰੇ ਹੋਏ ਨੇ। ਤੁਸੀਂ ਪੜ੍ਹਦੇ ਹੋ ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਬੜੇ ਖਜ਼ਾਨੇ ਨੇ, ਬੜੀ ਮਾਇਆ। ਇਸੇ ਤਰ੍ਹਾਂ ਜਿੱਥੇ ਉਹਦੀ ਦਾਤ ਬਰਕਤ ਆਉਂਦੀ ਹੈ ਜਿਸ ਸਰੀਰ ਵਿੱਚ ਖਜ਼ਾਨਿਆਂ ਦਾ, ਉੱਥੇ ਵੀ ਅੰਤ ਨਹੀਂ, ਬੜੇ ਭਰੇ ਹੋਏ ਨੇ। ਪਰ ਉਹ ਖਜ਼ਾਨੇ ਪ੍ਰਗਟ ਨਹੀਂ ਕਰਦਾ, ਬਾਹਰ ਨਹੀਂ ਲਿਆਉਂਦਾ। ਇਹ ਵੀ ਇੱਕ ਦਸ਼ਾ ਵੀ ਜਿੱਥੇ ਪੈਰ ਰੱਖਿਆ ਨਹੀਂ ਤੇ ਸੋਨਾ ਬਣਿਆ ਨਹੀਂ। ਸੱਚ ਹੈ, ਪੈਰ ਰੱਖਿਆ ਨਹੀਂ ਤੇ ਸੋਨਾ ਬਣਿਆ ਨਹੀਂ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਗੱਲ ਕਹਿ ਦਿੱਤੀ। ਸਾਹਿਬ ਕਹਿੰਦੇ ਜਿਸ ਧਰਤੀ ਸਭ ਕੰਚਨ ਕਰ ਦੀਜੈ। ਕੰਚਨ ਕਹਿੰਦੇ ਨੇ ਸੋਨੇ ਨੂੰ। ਕਹਿੰਦੇ ਜੇ ਕੋਈ ਸਾਰੀ ਜ਼ਮੀਨ ਨੂੰ ਸੋਨਾ ਬਣਾਦਾ ਹੈ, ਕੰਚਨ ਕਰਦਾ ਹੈ, ਇਹ ਵੀ ਇੱਕ ਸਿੱਧੀ ਹੈ, ਪਦਾਰਥ ਨੂੰ ਚੇਂਜ ਕਰ ਦੇਣਾ। ਇੱਕ ਵਿਗਿਆਨ ਹੈ, ਸਹਿਜੇ ਸਹਿਜੇ ਵਿਗਿਆਨ ਦੀ ਪਕੜ ਵਿੱਚ ਆ ਜਾਏ, ਪਤਾ ਲੱਗ ਜਾਏਗਾ। ਤੁਸੀਂ ਸੁਣਿਆ ਹੋਵੇਗਾ ਗੁਰੂ ਸਾਹਿਬ ਸੁਮੇਰ ਪਰਬਤ 'ਤੇ ਗਏ ਸਨ, ਯੋਗੀਆਂ ਨੇ ਪਾਣੀ ਦੇ ਹੀਰੇ ਬਣਾ ਦਿੱਤੇ। ਇਹ ਝੂਠ ਨਹੀਂ ਹੈ, ਇਹ ਸਾਨੂੰ ਪਤਾ ਨਹੀਂ ਲੱਗਾ ਅਜੇ ਕੀ ਹੁੰਦਾ ਹੈ, ਪਰ ਇਹ ਹੋ ਸਕਦਾ। ਜ਼ਰੂਰੀ ਨਹੀਂ ਵੀ ਜਿੰਨਾ ਸਾਨੂੰ ਪਤਾ ਹੈ ਉਹ ਹੀ ਹੋ ਸਕਦਾ, ਉਹਦੇ ਤੋਂ ਬਿਨਾਂ ਵੀ ਹੋਰ ਵੀ ਹੋ ਸਕਦਾ। ਤਾਂ ਜ਼ਰੂਰ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚ ਇਹ ਵਾਪਰਿਆ ਵੀ ਧਰਤੀ ਸੋਨਾ ਦਿਸਣ ਲੱਗ ਪਈ। ਕਿਤੇ ਹੋ ਸਕਦਾ ਸੋਨਾ ਆ ਜਾਏ ਸਾਹਮਣੇ, ਪਰ ਵੇਖਿਆ ਵੀ ਸੋਨਾ ਕੀ ਹੈ, ਤੇ ਮਰਿਆ ਹੋਇਆ ਸਭ ਕੁਝ ਸੋਨਾ ਹੈ। ਕਹਿੰਦੇ ਕੋਈ ਸੋਨਾ ਦਾਨ ਕਰਦਾ ਰਿਹਾ ਸੀ, ਤੁਸੀਂ ਸੁਣਿਆ ਪਰਲੋਕ ਵਿੱਚ ਉਹੀ ਮਿਲਦਾ ਜੋ ਇੱਥੇ ਦਿੰਦੇ। ਇੱਕ ਕਹਾਣੀ ਹੈ। ਤਾਂ ਗੁਰੂ ਘਰ ਵਿੱਚ ਇੱਕ ਸਭ ਤੋਂ ਵੱਡਾ ਦਾਨ ਕਿਹੜਾ, ਉਹ ਕਹਿੰਦੇ ਨੇ ਕਿਸੇ ਨੂੰ ਛਕਾ ਕੁਝ, ਕਿਸੇ ਨੂੰ ਛਕਾ। ਇਹਦੇ ਤੋਂ ਵੱਡਾ ਕੋਈ ਦਾਨ ਨਹੀਂ, ਭਾਵੇਂ ਤੂੰ ਕਿਸੇ ਦੇ ਗਲ ਵਿੱਚ ਹੀਰੇ ਪਾ ਦੇ। ਕਹਿੰਦੇ ਇੱਕ ਸੋਨਾ ਦਾਨ ਕਰਦਾ ਰਿਹਾ, ਅਮੀਰ ਸੀ। ਇੱਕ ਗਰੀਬ ਆਦਮੀ ਸੀ, ਉਹਨੇ ਰੋਜ਼ ਕਿਸੇ ਨਾ ਕਿਸੇ ਨੂੰ ਇੱਕ ਪ੍ਰਸ਼ਾਦਾ ਛਕਾ ਦੇਣਾ। ਗੁਰੂ ਸਾਹਿਬ ਨੇ ਤੇ ਸਾਡੇ ਵਾਸਤੇ ਇੰਨੇ ਤਰੀਕੇ ਕੱਢ ਦਿੱਤੇ ਨੇ ਵੀ ਮੇਰਾ ਸਿੱਖ ਕਿਸੇ ਪਾਸਿਓਂ ਵੀ ਝੁਰੇ ਨਾ ਕਦੀ। ਬਹੁਤ ਕੁਝ ਹੈ ਸਾਡੇ ਕੋਲ। ਇਹ ਠੀਕ ਹੈ, ਅਸੀਂ ਉਹਨਾਂ ਵਰਤਿਆ ਨਹੀਂ, ਉਹਨਾਂ ਵੇਖਿਆ ਨਹੀਂ। ਤੁਸੀਂ ਵੇਖੋਗੇ ਵੀ ਦੂਰ ਦੂਰ ਜਦੋਂ ਪ੍ਰਸ਼ਾਦੇ ਘਰ ਵਿੱਚ ਪੱਕਦੇ ਨੇ ਤੇ ਬਾਹਰਲੇ ਪਾਸੇ ਕੋਈ ਸੱਜਣ, ਕੋਈ ਕਾਰ ਸੇਵਾ ਵਾਲਾ, ਕੋਈ ਗੁਰਦੁਆਰੇ ਦਾ ਸੇਵਾਦਾਰ ਖੜਾ ਹੁੰਦਾ ਹੈ। ਉਹ ਆਵਾਜ਼ ਦਿੰਦਾ ਵੀ ਪ੍ਰਸ਼ਾਦਾ, ਦੁੱਧ ਪ੍ਰਸ਼ਾਦਿਆਂ ਦੀ ਸੇਵਾ ਹੈ। ਇਹ ਲੱਗਦੀ ਗੱਲ ਆਮ ਹੈ,
आम नहीं गल, ये बड़ी वड्डी गल है, छोटी नहीं। क्योंकि गृहस्थी आदमी सीधा तो लंगर ला नहीं सकता, ख्याल रखना। सीधा हुण कहे भी मैं इत्थे लंगर लाउणा, अपना काम करेगा जां बाहर किन्नियां नूं छकाएगा, इस तरह तो हो नहीं सकता। पर ਉਹਦੇ पक्के हुए लंगर विचों जदों थोड़ा जिहा दुੱਧ प्रशादे कुछ ना कुछ निकलदा है तो उस लंगर विच ਉਹਦਾ हिस्सा पै गया, परोपकार हो गया, बहुत वड्डा दान है। किसी नूं कुछ छकाउणा ਇਹਦੇ ਤੋਂ सब थल्ले है। ਤਾਂ ਇਹ तरीका ਜਦੋਂ ਅਸੀਂ ਗੁਣਾਂ ਵੱਲੋਂ ਵੇਖਦੇ ਹਾਂ, ਜਿੰਨੇ ਗੁਣ ਬਖਸ਼ਿਸ਼ ਕੀਤੇ ਸਾਨੂੰ ਗੁਰੂ ਸਾਹਿਬ ਨੇ, ਉਹਦੇ ਵੱਲ ਵੇਖੀਏ ਤੇ ਸਿੱਖ ਕੌਮ ਸਭ ਤੋਂ ਅਮੀਰ ਹੈ, ਜਿੰਨੀਆਂ ਬਖਸ਼ਾਂ ਕੀਤੀਆਂ। ਪਰ ਉਹਨਾਂ ਗੁਣਾਂ ਵਿੱਚੋਂ ਅਸੀਂ ਬਹੁਤ ਘੱਟ ਗੁਣ ਗ੍ਰਹਿਣ ਕੀਤੇ ਨੇ, ਬਾਕੀ ਪਏ ਹਨ ਅਜੇ, ਖਜ਼ਾਨਾ ਭਰਿਆ ਹੋਇਆ ਹੈ, ਉਹਦੀ ਵਰਤੋਂ ਨਹੀਂ ਅਸੀਂ ਕਰ ਰਹੇ ਠੀਕ ਢੰਗ ਨਾਲ। ਤਾਂ ਇਹ ਇੱਕ ਸਭ ਤੋਂ ਵੱਡਾ ਦਾਨ ਹੈ। पर यह भी एक सिद्धि है, जिन्हों गुरु साहब ने कहा नव निधि 18 सिद्धि पिछे लगियां फिर। जिन्हों गुरु रामदास कहते जे सब धरती कंचन कर दीजै, बिन नावै अवर न पाया राम। नाम तो बिना मैनू चंगा नहीं कुछ लगता। इस ढंग का जीवन उन्हां विच आ जाता है। नमस्कार करते कहते अगंजुल अनामे, तू किसी चीज़ नूं इकट्ठी नहीं करता, परवाह नहीं करता। ये बिरती है भुजंग दी, भुजंगां दी, पंछियां दी। ना तो वो छड्डदे ने ते ना वो रखते ने। किवें दी दुनिया होवेगी, छड्डना भी पाप, रखना भी पाप। तां पुण्य की है, रखना भी ते छड्डना भी। ये पुण्य है, छड्ड देना भी पाप ते रख लेना भी पाप। इस तरह की उन्होंने दुनिया वो अगंजुल ने। ਉਹਦਾ ਸੁਭਾਵ कलगीधर पातशाह कहते मैं तेरे ਵੱਲ ਵੇਖਿਆ, तू अगंजुल है, रखदा नहीं, जोड़दा नहीं। ते गुरु साहब ने बचन किया, कहते किछ खाजै किछ धर जाइए, जे बाहुड़ दुनिया आई है। इकट्ठा करन दी बिरती इन्नी परपक्क हो गई भी कल की करांगे, अगले साल किवें होएगा, कहते नहीं। और जिन्ने शब्द गुरु ग्रंथ साहब विच आए ने सिख नूं निश्चिंत करन वास्ते ने भी तू चिंता ना करी, तेरा ते गुरु नानक इन्ना वड्डा है, उन्हें तो 20 रुपइयां विच ही खाते बहुत भर दिते ने, समाप्ति होने की संभावना ही नहीं, कोई खत्म नहीं हो सकता। बड़ा बड़ा सिद्धांत है सिख कौम का, जिहड़ा सिद्धांत जे किते दुनिया दे विच आ गया, वो सिद्धांत जिहड़ा ना कोई लोभी नहीं रहेगा, कोई चिंता तुर नहीं रहेगा। दो ही बड़े रोग ने, तृष्णा ते चिंता। जिदन गुरु साहब का सिद्धांत साडे जीवन विच आ गया, आनंदपुर साहब की घटना है इतिहासक कि गुरु साहब ने थोड़ा जिहा समा, थोड़े जिहे महीने एक नियम दिता सी सिख कौम नूं, तरीका दिता सी। वो तरीका है सी भी कोई भी सिख अपने घर लंगर नहीं पकाएगा। गुरु साहब ने लंगर जारी कर दिते आनंदपुर साहब विच भी इस महल्ले विच ये लंगर है, तिन्ने टाइम किसी ने घरों प्रशादा नहीं छकना, सारे इत्थे छकणगे। रस्त इत्थे पाओ, इकट्ठे होके पकाओ तो इकट्ठे होके छको। एक तो जथेबंदी बन गई, एक इकट्ठे होके लंगर साझा हो गया, ऊच नीच का भेदभाव मिट गया। एक उत्थे होर बहुत वड्डी गल वापरी, नहीं तो अपना होवे ना तो बंदे नूं इह हुंदा खत्म ना हो जाए, किते चिंता विच रहिंदा। खाण लग्गिआं भी किन्ने कु रह गए, कदी गुरुद्वारे जाके सोचा भी किते खत्म ना हो जाए, चिंता नहीं। ये थां ही ऐसी जिथे चिंता नहीं है। तो जिस दिन वो सिद्धांत संसार विच चल जाएगा कि सिर्फ खाना ते काम करना, मनुख दे कोल प्रॉपर्टी ना होवे कोई, ये विदेश विच है, उन्होंने इनू लागू किया है।
ਉੱਥੇ ਥੋੜ੍ਹੇ ਜਿਹੇ ਲੋਕਾਂ ਕੋਲ ਪ੍ਰਾਪਰਟੀ ਹੈ, ਬਾਕੀਆਂ ਕੋਲ ਨਹੀਂ। ਉਹਨਾਂ ਕੋਲ ਸਿਰਫ ਸਿਸਟਮ ਹੈ ਵੀ ਉਹਨਾਂ ਨੇ ਕੰਮ ਕਰਨਾ, ਤੇ ਜਿਹੜਾ ਉਹਨਾਂ ਨੇ ਕੰਮ ਕਰਨਾ ਉਹਨਾਂ ਦਾ ਸਾਰਾ ਜਿਹੜੀ ਤਨਖਾਹ ਹੈ ਉਹ ਸਰਕਾਰ ਦੇ ਖਜ਼ਾਨੇ ਵਿੱਚ ਚਲੀ ਜਾਂਦੀ। ਕੋਲ ਨਹੀਂ ਕੁਝ ਰਹਿੰਦਾ, ਉਹਨਾਂ ਦੇ ਕੋਲ ਰੱਖ ਹੀ ਨਹੀਂ ਸਕਦੇ। ਜਿੱਥੇ ਵਧਣ ਲੱਗੇ ਉੱਥੇ ਲਾਲ ਸਿਗਨਲ ਆਉਣਾ ਸ਼ੁਰੂ ਹੋ ਜਾਂਦਾ ਵੀ ਇਸ ਬੰਦੇ ਕੋਲ ਇੰਨਾ ਵੱਧ ਗਿਆ, ਇਹਦਾ ਪਤਾ ਕਰੋ ਕਿੱਥੇ ਰੱਖ ਰਿਹਾ। ਸਾਡੇ ਵਾਂਗੂ ਨਹੀਂ ਵੀ ਸਾਡੇ ਮੰਤਰੀ ਸਾਹਿਬ ਜਦੋਂ ਮਰਦੇ ਨੇ ਤੇ ਬੋਰੀਆਂ ਥੱਲਿਓਂ ਨਿਕਲਦੀਆਂ ਨੋਟਾਂ ਦੀਆਂ, ਬਈ ਇੰਨੀ ਵੱਡੀ ਧੜ ਲਾ ਕੇ ਗਿਆ ਜੇ ਲੋਕਾਂ ਦੇ ਖੂਨ ਦੀ ਇਕੱਠੀ ਕਰਕੇ। ਇਹਦੇ ਬਾਥਰੂਮ ਵਿੱਚ ਸੋਨਾ ਲੱਗਾ ਹੋਇਆ ਹੈ, ਇਹਦੇ ਬੈੱਡ ਵਿੱਚ ਹੀਰੇ ਲੱਗੇ ਹੋਏ ਨੇ। ਇਹ ਗੰਦ ਪਾਇਆ ਹੋਇਆ ਇਸ ਦੇਸ਼ ਦੇ ਵਿੱਚ। ਇਹ ਨਹੀਂ ਉੱਥੇ ਇਕੱਠਾ ਨਹੀਂ ਕਰਨ ਦੇਣਗੇ, ਕਾਨੂੰਨਨ ਤੌਰ ਤੇ ਉਹ ਇਕੱਠਾ ਨਹੀਂ ਕਰ ਸਕਦੇ। ਪਰ ਉੱਥੇ ਇੱਕ ਸਹੂਲਤ ਹੈ ਵੀ ਤੁਹਾਨੂੰ ਦਵਾਈ ਚਾਹੀਦੀ ਤੇ ਸਰਕਾਰ ਦੇਵੇਗੀ, ਤੁਸੀਂ ਬਿਮਾਰ ਹੋ ਗਏ ਤਾਂ ਸਰਕਾਰ ਤੁਹਾਨੂੰ ਸੰਭਾਲੇਗੀ, ਤੁਹਾਡੀ ਗੱਡੀ ਖਰਾਬ ਹੋ ਗਈ ਤਾਂ ਉੱਥੇ ਗੱਡੀ ਤੁਸੀਂ ਖੜੀ ਕਰੋ, ਤੁਹਾਨੂੰ ਵਰਤਣ ਵਾਸਤੇ ਗੱਡੀ ਮਿਲੇਗੀ ਜਿੰਨਾ ਚਿਰ ਠੀਕ ਨਹੀਂ ਹੁੰਦੇ। ਸਾਰੇ ਪ੍ਰਬੰਧ ਨੇ। ਜਨਮ ਲੈਣ ਤੋਂ ਮਰਨ ਤੱਕ ਦੇ ਸਾਰੇ ਪ੍ਰਬੰਧ ਉੱਥੇ ਕੀਤੇ ਜਾਂਦੇ, ਪਰ ਬੰਦੇ ਦੇ ਕੋਲ ਕੁਝ ਨਹੀਂ ਰਹਿਣ ਦਿੱਤਾ ਜਾਂਦਾ, ਸਾਰਾ ਕੁਝ ਖੋਹ ਲਿਆ ਜਾਂਦਾ। ਇਹ ਇੱਕ ਠੀਕ ਤਰੀਕਾ ਹੈ, ਕਿਉਂਕਿ ਦੁੱਖ ਸ਼ੁਰੂ ਹੀ ਇੱਥੋਂ ਹੁੰਦਾ ਜਦੋਂ ਆਦਮੀ ਇਕੱਠਾ ਕਰਦਾ ਹੈ। ਪਰ ਉਹਨਾਂ ਕੋਲ ਇੱਕ ਨੁਕਸ ਹੈ, ਜੇ ਕਿਤੇ ਉਹ ਬਾਹਰੀ ਤੌਰ 'ਤੇ ਜਿਹੜਾ ਨਿਯਮ ਹੈ ਇੱਥੇ ਆ ਜਾਏ ਸਾਡੇ ਵਿੱਚ, ਜਿਹੜਾ ਉਹਨਾਂ ਦਾ ਬਾਹਰੀ ਤੌਰ ਦਾ ਸੰਵਿਧਾਨ ਨਿਯਮ ਬਣਾਇਆ ਉਹ ਆ ਜਾਏ ਸਾਡੇ ਦੇਸ਼ ਦੇ ਅੰਦਰ, ਤੇ ਨਾਲ ਅਸੀਂ ਜੁੜੀਏ ਨਾਮ ਨਾਲ, ਬਾਣੀ ਨਾਲ, ਫਿਰ ਹੋਰ ਕੋਈ ਸੱਚਖੰਡ ਲੱਭਣ ਦੀ ਲੋੜ ਨਹੀਂ। ਉਹਨਾਂ ਵਿੱਚ ਨੁਕਸ ਇਹ ਆ ਗਿਆ, ਉਹਨਾਂ ਕੋਲ ਹੋਰ ਸਾਰਾ ਕੁਝ ਠੀਕ ਹੈ ਪਰ ਉਹਨਾਂ ਕੋਲ ਬਾਣੀ ਤੇ ਸਿਮਰਨ ਨਹੀਂ ਹੈ। ਇਸ ਕਰਕੇ ਉਹ ਵਿਚਾਰੇ ਕੰਮ ਦੀ ਲਾਈਨ ਵਿੱਚ ਇੰਨੇ ਵੱਜ ਗਏ ਵੀ ਸਟ੍ਰੈਸ ਹੋ ਗਏ। ਉਹਨਾਂ ਉੱਥੇ ਬਹੁਤਾ ਰੋਗ ਇਹ ਹੈ, ਦਿਮਾਗ ਸਟ੍ਰੈਸ ਨੇ, ਪ੍ਰੈਸ ਹੋਏ ਪਏ ਨੇ, ਇਸ ਰੋਗ ਤੋਂ ਪੀੜਤ ਨੇ। ਬਹੁਤਾਤ ਦੇ ਵਿੱਚ ਦਿਮਾਗ ਜਿਹੜਾ ਹੈ ਫਸਿਆ ਰਹਿੰਦਾ ਕੰਮ ਵਿੱਚ, ਇੰਨੇ ਫਸ ਗਏ। ਇਸ ਕਰਕੇ ਉਹ ਵੀ ਊਣੇ ਨੇ। ਇੱਧਰ ਸਾਡੇ ਵਾਲਾ ਖਾਤਾ ਜਿਹੜਾ ਵੀ ਊਣਾ ਹੈ, ਇੱਥੇ ਨਿਯਮ ਠੀਕ ਨਹੀਂ ਹਨ। ਤਾਂ ਇਸ ਕਰਕੇ ਅਗੰਜੁਲ ਅਨਾਮੇ ਉਹ ਜੋੜਦਾ ਨਹੀਂ ਹੈ। ਫਿਰ ਕਹਿੰਦੇ ਸਮਸਤੁਲ ਨਿਵਾਸੇ, ਸਮਸਤੁਲ ਦਾ ਅਰਥ ਹੈ ਸਾਰੇ, ਨਿਵਾਸੇ ਦਾ ਅਰਥ ਹੈ ਨਿਵਾਸ ਕਰਨਾ, ਰਹਿਣਾ। ਜਿੰਨੇ ਵੀ ਜੀਵ ਨੇ, ਜਿੰਨੇ ਵੀ ਲੋਕ ਨੇ, ਜਿੰਨੇ ਵੀ ਦੇਹਾਂ ਹਨ, ਪਸ਼ੂ ਪੰਛੀ ਇਤਿਆਦਿਕ, ਸਾਰਿਆਂ ਦੀਆਂ ਦੇਹਾਂ ਦੇ ਵਿੱਚ ਤੇਰਾ ਹੀ ਨਿਵਾਸ ਹੈ। ਤੂੰ ਹੀ ਹੈ ਰਹਿਣ ਵਾਲਾ, ਸਾਰਿਆਂ ਵਿੱਚ ਤੂੰ ਹੀ ਵਿਚਰ ਰਿਹਾ ਹੈ। ਸਭ ਕਹਿੰਦੇ ਨਿਰਕਾਮੰ ਬੇਭੂਤੇ, ਬੇਭੂਤੇ ਕਹਿੰਦੇ ਸ਼ਕਤੀ ਨੂੰ, ਪ੍ਰਤਾਪ ਨੂੰ। ਨਿਰਕਾਮੇ ਦਾ ਅਰਥ ਹੈ ਕਾਮਨਾ ਤੋਂ ਰਹਿਤ। ਤੂੰ ਸਾਰਿਆਂ ਦੇ ਸਰੀਰਾਂ ਵਿੱਚ ਰਹਿਣਾ ਹੈ, ਪਰ ਤੇਰੇ ਅੰਦਰ ਕੋਈ ਕਾਮਨਾ ਨਹੀਂ ਜਾਗਦੀ, ਕੋਈ ਵਾਸ਼ਨਾ ਨਹੀਂ ਜਾਗਦੀ। ਸਮਸਤੁਲ ਸਰੂਪੇ ਕਹਿਣ ਲੱਗੇ ਸਾਰਿਆਂ ਦਾ ਜਿਹੜਾ ਸਰੂਪ ਹੈ, ਨੈਣ ਨਕਸ਼ ਨੇ, ਉਹ ਤੇਰੇ ਹੀ ਹਨ। ਤੂੰ ਸਾਰਿਆਂ ਸਰੀਰਾਂ ਦੇ ਨੈਣ ਨਕਸ਼ ਬਣਿਆ ਹੋਇਆ, ਸਾਰਿਆਂ ਦੇ ਸਰੀਰਾਂ ਦੇ ਵਿੱਚ ਤੂੰ ਰਹਿੰਦਾ ਵੀ ਹੈ, ਔਰ ਉਹਨਾਂ ਦਾ ਬਾਹਰੀ ਤੌਰ 'ਤੇ ਵੀ ਤੂੰ ਸਰੀਰ ਬਣਿਆ ਹੋਇਆ। ਸਮਸਤੁਲ ਸਰੂਪੇ ਫਿਰ ਕਹਿੰਦੇ ਕੁਕਰਮੰ ਪਰਨਾਸੀ, ਕੁਕਰਮੰ ਪਰਨਾਸੀ। ਜਿਹੜਾ ਕੋਈ ਮਨੁੱਖ ਤੇਰੀ ਸ਼ਰਨ ਵਿੱਚ ਆਉਂਦਾ ਹੈ, ਉਹਦੇ ਜੀਵਨ ਵਿੱਚ ਜਿੰਨੇ ਕੁਕਰਮ ਕੀਤੇ ਹੁੰਦੇ ਨੇ, ਪਰਨਾਸੀ, ਪਰਨਾਸੀ ਦਾ ਅਰਥ ਹੈ ਨਾਸ ਕਰਨ ਵਾਲਾ। ਉਹਦੇ ਭੈੜੇ ਭਾਗਾਂ ਨੂੰ, ਮਾੜੇ ਕਰਮਾਂ ਨੂੰ ਤੂੰ ਸਾੜ ਦੇਣਾ, ਖਤਮ ਕਰ ਦੇਣਾ, ਉਹਨਾਂ ਨੂੰ ਤੂੰ ਸਮਾਪਤ ਕਰ ਦੇਣਾ। ਤੇਰੇ ਵਿੱਚ ਬਰਕਤਾਂ ਨੇ। ਜਿਹੜਾ ਤੇਰੀ ਸ਼ਰਨ ਵਿੱਚ ਆਇਆ ਉਹਦੇ ਮਾੜੇ ਭਾਗ ਖਤਮ ਹੋ ਜਾਂਦੇ। ਸੋ ਧਰਮੰ ਬੇਭੂਤੇ, ਤੇ ਉਹਨੂੰ ਤੂੰ ਧਰਮ ਰੂਪੀ ਸ਼ਕਤੀ ਬਖਸ਼ ਦੇਣਾ, ਧਰਮ ਰੂਪੀ ਦਾਤ ਬਖਸ਼ਿਸ਼ ਕਰ ਦੇਣਾ। ਫਿਰ ਕਹਿੰਦੇ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ। ਇਸ ਦੀ ਵਿਆਖਿਆ ਆਪਾਂ ਪਹਿਲਾਂ ਸ਼ੁਰੂ ਵਿੱਚ ਕਰ ਚੁੱਕੇ ਹਾਂ ਕਿ ਤੂੰ ਸਦਾ ਹੀ ਆਨੰਦ ਵਿੱਚ ਰਹਿਣਾ ਹੈ ਔਰ ਸ਼ਤਰੂਆਂ ਨੂੰ ਮਾਰਨ ਵਾਲਾ ਹੈ।
ਦੁਸ਼ਟਾਂ ਨੂੰ ਗਾਲਣ ਵਾਲਾ ਹੈ, ਸਮਾਪਤੀ ਕਰਨ ਵਾਲਾ ਹੈ ਉਹਨਾਂ ਦੀ। ਕਰੀਮੁਲ ਕੁਨਿੰਦਾ, ਕਰੀਮੁਲ ਦਾ ਅਰਥ ਹੈ, ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ, ਰਹਿਮਤ ਕਰਨ ਵਾਲਾ। ਕੁਨਿੰਦਾ ਦਾ ਅਰਥ ਹੈ ਕੰਮ ਕਰਨ ਵਾਲਾ, ਬਣਾਉਣ ਵਾਲਾ, ਸਿਰਜਣ ਕਰਨ ਵਾਲਾ। ਤੂੰ ਜਦੋਂ ਕਿਸੇ ਨੂੰ ਬਣਾਉਣਾ ਹੈ ਤੇ ਬੜੀ ਦਇਆ ਵਿੱਚ ਆ ਕੇ ਬਣਾਉਣਾ ਹੈ। ਕਰੀਮੁਲ ਕੁਨਿੰਦਾ, ਸਮਸਤੁਲ ਨਿਵਾਸੀ, ਸਾਰਿਆਂ ਵਿੱਚ ਤੇਰਾ ਨਿਵਾਸ ਹੈ। ਫਿਰ ਕਹਿੰਦੇ ਅਜਾਇਬ ਬੇਭੂਤੇ, ਅਜਾਇਬ ਦਾ ਅਰਥ ਹੈ ਅਜੀਬ ਹੈ ਤੇਰੀ ਸ਼ਕਤੀ। ਜਦੋਂ ਉਹਨੂੰ ਕੋਈ ਵੇਖਦਾ ਤੇਰੀ ਤਾਕਤ ਨੂੰ, ਮੈਂ ਕੱਲ੍ਹ ਬੇਨਤੀ ਕੀਤੀ ਸੀ, ਜਦੋਂ ਕੋਈ ਉਹਦੇ ਤੱਕ ਗਿਆ ਹੈ, ਕੁਦਰਤ ਰਾਹ ਵਿੱਚ ਆਈ ਹੈ, ਉਹਦੀ ਸ਼ਕਤੀ ਰਾਹ ਵਿੱਚ ਆਈ ਹੈ। ਜਦੋਂ ਕੋਈ ਉਹਦੇ ਵੱਲ ਤੁਰਿਆ, ਉਹ ਬਾਅਦ ਵਿੱਚ ਮਿਲਿਆ, ਪਹਿਲਾਂ ਰਾਹ ਵਿੱਚ ਕੁਦਰਤ, ਫਿਰ ਰਾਹ ਵਿੱਚ ਸ਼ਕਤੀ ਉਹਦੀ ਆਈ। ਇਸ ਕਰਕੇ ਬਹੁਤੇ ਸ਼ਕਤੀਆਂ ਵਿੱਚ ਭਟਕ ਗਏ, ਤਾਕਤਾਂ ਦੀ ਵਰਤੋਂ ਕਰ ਲਈ ਜਿਨ੍ਹਾਂ ਨੇ, ਉਹ ਉੱਥੇ ਹੀ ਰਹਿ ਗਏ। ਉਹ ਰਾਹ ਵਿੱਚ ਹੈ ਔਰ ਉਹਦੀ ਸ਼ਕਤੀ ਅਜੀਬ ਹੈ ਬੜੀ। ਜਦੋਂ ਕਿਸੇ ਨੂੰ ਉਸ ਸ਼ਕਤੀ ਨਾਲ ਸੰਪਰਕ ਹੁੰਦਾ ਤੇ ਉਹ ਵੇਖ ਕੇ ਹੈਰਾਨ ਹੋ ਜਾਂਦਾ ਵੀ ਉਹ ਕਿਵੇਂ ਕੰਮ ਕਰਦਾ, ਕਿਵੇਂ ਕਿਵੇਂ ਵਰਤ ਲੈਂਦਾ, ਕਿਵੇਂ ਆਪਣੇ ਜਿਹੜੇ ਉਹਦੇ ਨੇੜੇ ਦੇ ਲੋਕ ਨੇ ਉਹਨਾਂ ਦੇ ਕਾਰਜਾਂ ਵਿੱਚ ਕਿਹੜੇ ਤਰੀਕਿਆਂ ਨਾਲ ਸਹਾਇਕ ਬਣ ਜਾਂਦਾ ਹੈ, ਸਹਾਇਤਾ ਕਰਦਾ ਹੈ। ਇਸ ਕਰਕੇ ਉਹਨੂੰ ਕਹਿੰਦੇ ਅਜਾਇਬ ਬੇਭੂਤੇ। ਉਹਦੀ ਸ਼ਕਤੀ ਬੜੀ ਅਜੀਬ ਹੈ। ਉਹਦੀ ਸ਼ਕਤੀ ਅਜੀਬ ਤਾਂ ਹੈ ਵੀ ਜਦੋਂ ਕਿਸੇ ਦੇ ਉਹ ਕਾਰਜ ਸਵਾਰਦਾ ਨਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਕਿਵੇਂ ਕਰਾਵਣ ਆਇਆ, ਕੰਮ ਕਿਵੇਂ ਕਰਦਾ। ਇਹ ਨਹੀਂ ਵੀ ਉੱਤੋਂ ਰੱਥ ਤੇ ਚੜ੍ਹ ਕੇ ਆ ਰਿਹਾ ਤੇ ਅੱਗੇ ਬੋਰਡ ਲੱਗਾ ਹੋਇਆ ਵੀ ਇਹ ਰੱਬ ਆ ਰਿਹਾ, ਭਗਤ ਦੇ ਕਾਰਜ ਨਹੀਂ। ਕੰਮ ਉਹ ਆਪ ਕਰਦਾ ਹੈ ਤੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਆਪ ਸਾਹਮਣੇ ਨਹੀਂ ਆਉਂਦਾ। ਕਈ ਵਾਰੀ ਆਪਾਂ ਕਹਿੰਦੇ ਵੀ ਰਹਿੰਦੇ ਹਾਂ ਬਈ ਉੱਥੇ ਮੈਂ ਇਹ ਕਿਹਾ ਤੇ ਇੰਜ ਹੋ ਗਿਆ। ਜਿਨ੍ਹਾਂ ਨੂੰ ਜਾਗ ਆ ਗਏ ਉਹ ਕਹਿੰਦੇ ਮੈਂ ਤਾਂ ਸਿਰਫ ਸਾਧਨ ਬਣਿਆ, ਇਹ ਕੰਮ ਤੇ ਕੋਈ ਹੋਰ ਕਰ ਰਿਹਾ ਸੀ, ਹੋਰ ਕਿਸੇ ਨੇ ਕੀਤੇ ਨੇ। ਇਸ ਤਰ੍ਹਾਂ ਦੀ ਉਹਦੀ ਸ਼ਕਤੀ ਅਜੀਬ ਹੈਰਾਨ ਕਰ ਦੇਣ ਵਾਲੀ ਏ ਵੀ ਉਹ ਆਪਣੀ ਸ਼ਕਤੀ ਦੁਆਰਾ ਜਦੋਂ ਕੰਮ ਕਰਦਾ ਹੈ ਤੇ ਕਿਸੇ ਨੂੰ ਪਹਿਚਾਣ ਹੀ ਨਹੀਂ ਆਉਣ ਦਿੰਦਾ ਵੀ ਮੈਂ ਕਰ ਰਿਹਾ, ਲੁਕਿਆ ਰਹਿੰਦਾ ਹੈ, ਆਪਣੇ ਆਪ ਨੂੰ ਲੁਕਾਈ ਰੱਖਦਾ ਹੈ। ਇਸ ਕਰਕੇ ਕਹਿੰਦੇ ਅਜਾਇਬ ਬੇਭੂਤੇ ਗਜ਼ਾਇਬ ਗਨੀਮੇ। ਗਨੀਮੇ ਦਾ ਅਰਥ ਹੈ ਜਿਹੜਾ ਗੁਰੂ ਕੇ ਸਵਾਰਿਓ ਆਪਣੇ ਵੈਰੀਆਂ ਦੇ ਉੱਤੇ ਗਜਾਇਬ ਗਜਬ ਕਰਨ ਵਾਲਾ ਹੈ। ਗਜਾਇਬ ਦਾ ਅਰਥ ਹੈ ਗਜਾਇਬ ਭਾਵ ਕਹਿਰ ਵਰਤਾਉਣ ਵਾਲਾ। ਜਦੋਂ ਦੂਸਰੇ ਪਾਸੇ ਆਉਂਦਾ ਹੈ ਤੇ ਉਹਦਾ ਕਹਿਰ ਵੀ ਬੜਾ ਅਜੀਬ ਹੈ। ਗਨੀਮੇ, ਗਨੀਮੇ ਦਾ ਅਰਥ ਹੈ, ਗਣੀ ਦਾ ਅਰਥ ਵੈਸੇ ਗਣੀ ਦਾ ਅਰਥ ਹੁੰਦਾ ਹੈ ਅਮੀਰ। ਅਮੀਰ ਦਾ ਇੱਥੇ ਅਰਥ ਕਰਾਂਗੇ ਹੰਕਾਰੀ। ਗਨੀ, ਗਨੀ ਦਾ ਅਰਥ ਹੈ ਹੰਕਾਰੀ ਮਨੁੱਖ। ਜਿਹੜੇ ਹੰਕਾਰੀ ਮਨੁੱਖ ਨੇ, ਜਦੋਂ ਤੂੰ ਉਹਨਾਂ ਦੇ ਉੱਤੇ ਕਹਿਰ ਢਾਉਣਾ ਹੈ ਨਾ, ਜਦੋਂ ਤੂੰ ਉਹਨਾਂ ਨੂੰ ਸਬਕ ਸਿਖਾਉਣਾ ਹੈ ਤੇ ਫਿਰ ਜਿਹੜੇ ਕਹਿੰਦੇ ਨਾ ਵੀ ਸਾਡੀ ਕੋਠੀ ਵਿੱਚ ਤੇ ਪਰਿੰਦਾ ਨਹੀਂ ਪਰ ਮਾਰ ਸਕਦਾ, ਉਹਦੀਆਂ ਕੰਧਾਂ ਹੀ ਉਹਦੀ ਦੁਸ਼ਮਣ ਬਣ ਜਾਂਦੀਆਂ ਨੇ। ਇਹ ਤੇਰਾ ਕਹਿਰ ਹੈ। ਜਿਹਨੂੰ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਆਪੈ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਜਦੋਂ ਕਿਸੇ ਨੂੰ ਚੜਾਉਂਦਾ ਨਾ ਆਕਾਸ਼ ਤੇ ਉਹਦੀ ਗੁੱਡੀ, ਚੜਾਉਂਦਾ ਵੀ ਪੂਰੀ ਤਰ੍ਹਾਂ, ਤੇ ਜਦੋਂ ਬੰਦੇ ਦੀ ਆਦਤ ਤੇ ਗੁੱਡੀ ਚੜ੍ਹ ਗਈ, ਆਕਾਸ਼ ਤੇ ਪਤੰਗ ਲੱਗ ਪਈ ਉੱਡਣ, ਉਦੋਂ ਕਹਿੰਦਾ ਵੀ ਹੁਣ ਦੂਜਾ ਨਹੀਂ ਰਹਿਣਾ ਚਾਹੀਦਾ, ਖੰਘਣ ਨਹੀਂ ਦੇਣਾ ਕਿਸੇ ਨੂੰ। ਫਿਰ ਉਹਦੇ ਵਿੱਚੋਂ ਹੀ ਕੋਈ ਐਸੀ ਉਹ ਪੈਦਾ ਕਰ ਦਿੰਦਾ ਚੀਜ਼, ਐਸੀ ਦਸ਼ਾ ਬਣਾ ਦਿੰਦਾ ਵੀ ਉਹਨੂੰ ਇੱਕਦਮ ਪਟਕਾ ਕੇ ਧਰਤੀ ਤੇ ਡੇਗਦਾ ਹੈ। ਉਹਨੂੰ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਗਜ਼ਾਇਬ ਗਨੀਮੇ। ਹੰਕਾਰੀਆਂ ਦੇ ਉੱਤੇ ਜਦੋਂ ਤੂੰ ਕਹਿਰ ਢਾਉਣਾ ਹੈ ਤੇ ਉਹਨਾਂ ਦੀ ਖੁਆਰੀ ਇਸ ਤਰ੍ਹਾਂ ਕਰ ਦੇਣਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਨੂੰ ਚਲੇ ਗਏ। ਇੱਥੇ ਵਾਹਿਆਂ ਵੀ ਕੋਈ ਲੱਭਦਾ ਨਹੀਂ। ਬੜੇ ਬੜੇ ਆਏ, ਬੜਿਆਂ ਨੇ ਕਿਹਾ ਵੀ ਹੁਣ ਸਾਡੇ ਤੋਂ ਬਿਨਾਂ ਨਹੀਂ ਕੁਝ ਹੋਏਗਾ।
ਪਰ ਉਹਨੇ ਸਭ ਤੋੜ ਕੇ ਥੱਲੇ ਡੇਗ ਦਿੱਤੇ। ਫਿਰ ਕਹਿੰਦੇ ਹਰਿਯੰ ਕਰਿਯੰ, ਹਰਿਯੰ ਦਾ ਅਰਥ ਹੈ ਲੈਣ ਵਾਲਾ, ਕਰਿਯੰ ਫਿਰ ਕਰ ਦੇਣ ਵਾਲਾ, ਪਹਿਲਾਂ ਬਣਾਉਣ ਵਾਲਾ ਫਿਰ ਢਾਉਣ ਵਾਲਾ। ਤੇ ਇੰਨਾ ਕੁਝ ਕਰਕੇ ਫਿਰ ਕਹਿੰਦੇ ਕਰੀ ਮੁੱਲ ਰਹੀਮੇ, ਫਿਰ ਕਰੀਮ ਬਖਸ਼ਿਸ਼ ਕਰਨ ਵਾਲਾ ਹੈ, ਰਹਿਮਤ ਕਰਨ ਵਾਲਾ ਹੈ। ਇੱਕ ਸ਼ੰਤ ਬਾਕੀ ਬਚਿਆ, ਦੁਕਾਲੰ ਪਰਨਾਸੀ ਦਇਆਲੰ ਸਰੂਪੇ। ਕੱਲ ਵਿਚਾਰ ਗੁਰੂ ਸਾਹਿਬ ਕਰਵਾਉਣਗੇ।